ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਣੀ ਚੈਨਲ ਵਾਹਿਗੁਰੂ ਵਿੱਚ ਜੀ ਕਾ ਜੀ ਖਾਲਸਾ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਜੀ ਕੀ ਫਤਿਹ। ਇਕਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਦਰਸ਼ਕੋ ਅੱਜ ਬਹੁਤ ਹੀ ਇੰਟਰਸਟਿੰਗ ਆਪਾਂ ਪੈਨਲ ਡਿਸਕਸ਼ਨ ਦੇ ਨਾਲ ਜੁੜਨ ਜਾ ਰਹੇ ਹਾਂ। ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਜਿਹੜੇ ਕਿ ਤੁਸੀਂ ਸਕਰੀਨ ਦੇ ਉੱਤੇ ਚਿਹਰੇ ਵੇਖ ਰਹੇ ਹੋ, ਇਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹੋਏ ਇਸ ਸੈਸ਼ਨ ਦੇ ਬਾਰੇ ਵਿੱਚ ਮੈਂ ਸਾਰਿਆਂ ਨੂੰ ਦੁਪਹਿਰ ਵੇਲੇ ਦੱਸਿਆ ਸੀਗਾ ਕੁਝ ਘੰਟੇ ਪਹਿਲਾਂ ਕਿ ਅਸੀਂ 9 ਤੋਂ 9:30 ਦੇ ਵਿਚਕਾਰ ਸਾਡੇ ਉਹਨਾਂ ਨੌਜਵਾਨ ਵੀਰ ਭੈਣ ਭਰਾਵਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਕਿ ਵੱਖਰੇ ਤਰੀਕੇ ਦੇ ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਫੇਸਿਸ ਵੀ ਹੈਗੇ ਨੇ, ਇਹੋ ਜਿਹੇ ਨੌਜਵਾਨ ਵੀ ਹੈਗੇ ਨੇ ਜਿਹੜੇ ਕਿ ਜਜ਼ਬਾ ਰੱਖਦੇ ਨੇ, ਕਿਉਂਕਿ ਇਹ ਨੌਜਵਾਨ ਪੀੜ੍ਹੀ ਨੂੰ ਹੋਣ ਦੀ ਪੀੜ੍ਹੀ ਨੂੰ ਸਮਝਦੇ ਨੇ। ਇਸ ਪੀੜ੍ਹੀ ਦੇ ਵਿੱਚ ਵਿਚਰ ਕੇ ਕੀ ਇਹ ਪੀੜ੍ਹੀ ਚਾਹੁੰਦੀ ਹੈ, ਉਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਦੇ ਨਾਲ, ਬਸ ਮੇਨ ਮਕਸਦ ਕੀ ਹੈ, ਸਿੱਖੀ ਦਾ ਪ੍ਰਚਾਰ ਕਰਨਾ। ਹੁਣ ਮੈਂ ਪਹਿਲਾਂ ਇੰਟਰੋਡਿਊਸ ਕਰਾ ਦੇਵਾਂ, ਮੇਰੇ ਸੱਜੇ ਪਾਸੇ ਵੱਲ ਨੇ ਭੈਣ ਜੈਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਦੇ ਨਾਲ ਹੀ ਹੇਠ ਵਾਲੇ ਪਾਸੇ ਨੇ ਵੀਰ ਅਮਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਵੀਰ ਖਾਲਸਾ ਜੀ। ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਦੇ ਸੱਜੇ ਵਾਲੇ ਪਾਸੇ ਨੇ ਵੀਰ ਜਸਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਇਕਬਾਣੀ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪ ਸਭ ਦੇ ਨਾਲ ਲਾਈਵ ਸੈਸ਼ਨ ਦੇ ਵਿੱਚ ਗੱਲਬਾਤ ਕਰ ਰਹੀ ਹਾਂ। ਤੇ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ, ਅੱਜ ਸਾਡਾ ਗੱਲ ਕਰਨ ਦਾ ਵਿਸ਼ਾ ਰਹੇਗਾ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਸਵੇਰੇ ਗੱਲ ਕੀਤੀ ਸੀ ਕਿ ਕੌਰ ਸਿਸਟਰਹੁੱਡ ਦੇ ਵੱਲੋਂ ਜਿਹੜਾ ਇੱਕ ਬਹੁਤ ਵਧੀਆ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ, ਯੂਥ ਕੈਂਪ, ਜਿਹਦੇ ਵਿੱਚੋਂ ਕਿ ਯੂਥ ਕੈਂਪ ਦੇ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਇਹਦੇ ਵਿੱਚ ਕੀ ਰਹੇਗਾ। ਨੌਜਵਾਨ ਪੀੜ੍ਹੀ ਨੂੰ ਦਾ ਇਹਦੇ ਵਿੱਚ ਜ਼ਿਆਦਾ ਉਸਦੇ ਵੱਲ ਨੂੰ ਰੁਝਾਨ ਹੋਏਗਾ ਔਰ ਵੱਖ-ਵੱਖ ਤਰੀਕੇ ਦੇ ਨਾਲ ਮੇਨ ਮਕਸਦ ਕੀ ਹੈ, ਸਿਰਫ ਸਿੱਖੀ ਦਾ ਪ੍ਰਚਾਰ ਕਰਨਾ। ਤੇ ਮੇਰਾ ਪਹਿਲਾ ਸਵਾਲ ਭੈਣ ਜੈਪ੍ਰੀਤ ਕੌਰ ਜੀ ਨੂੰ ਰਹੇਗਾ ਕਿ ਤੁਸੀਂ ਬਹੁਤ ਵੱਡਾ ਰੋਲ ਨਿਭਾ ਰਹੇ ਹੋ ਇਹਦੇ ਵਿੱਚ, ਹਨਾ, ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਕੌਰ ਸਿਸਟਰਹੁੱਡ ਆਪਣੀਆਂ ਸੇਵਾਵਾਂ ਦੇ ਰਹੇ ਨੇ, ਕਿਸ ਤਰ੍ਹਾਂ ਦੇ ਨਾਲ ਤੁਸੀਂ ਹੁਣ ਤੱਕ ਕਰ ਚੁੱਕੀ ਹੋ ਜਾਂ ਕੈਂਪਸ ਵਗੈਰਾ ਆਰਗੇਨਾਈਜ਼ ਕੀਤੇ ਗਏ ਨੇ? ਜੀ ਪਹਿਲੇ ਤੇ ਤੁਹਾਡਾ ਧੰਨਵਾਦ ਤੇ ਇੱਕ ਬਾਣੀ ਚੈਨਲ ਦਾ ਧੰਨਵਾਦ। ਜੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਤੇ ਹਿਸਟਰੀ ਰਹੀ ਹੈ ਸਿੱਖੀ ਦੀ, ਕਿ ਜਿਸ ਤਰ੍ਹਾਂ ਗੁਰੂ ਪਿਤਾ ਨੇ ਅੰਮ੍ਰਿਤ ਤਿਆਰ ਕੀਤਾ ਸੀ ਤੇ ਮਾਤਾ ਸਾਹਿਬ ਕੌਰ ਨੇ ਉਹਦੇ ਵਿੱਚ ਖੰਡ ਤੇ ਨਾਲ ਮਿਠਾਸ ਘੋਲ ਦਿੱਤੀ ਸੀ, ਉਸ ਤਰ੍ਹਾਂ ਹੀ ਜੀ ਇੱਕ ਲੈਗੇਸੀ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਬਿਲਕੁਲ ਥੋੜਾ ਜਿਹਾ ਸਿਰਫ ਮੇਨ ਫੋਕਸ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ, ਆਪਣੀ ਸਪਿਰਿਚੁਅਲ ਲੈਵਲ ਨੂੰ ਅਪਗ੍ਰੇਡ ਕਰਨਾ ਹੈ। ਜੀ ਤੇ ਬੇਸਿਕਲੀ ਕੋਰ ਸਿਸਟਰਹੁੱਡ ਜਿਹੜਾ ਹੈ ਉਹ ਫੋਕਸ ਕਰਦਾ ਹੈ, ਉਹ ਪ੍ਰੋਜੈਕਟ ਹੈ ਤੇਗ ਮੂਵਮੈਂਟ ਦੇ ਅੰਦਰ, ਐਂਡ ਉਹਦਾ ਫੋਕਸ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਸਪਿਰਿਚੁਅਲ, ਸੋਸ਼ਲ ਐਂਡ ਇਕਨੋਮਿਕਲ ਡਿਵੈਲਪ ਨੂੰ ਅਪਗ੍ਰੇਡ ਕਰਾਂਗੇ, ਸਪੈਸ਼ਲੀ ਵੂਮਨ। ਹਾਊ, ਕਿਸ ਤਰ੍ਹਾਂ ਇੱਕ ਪਲੇਟਫਾਰਮ ਮਿਲੇਗਾ। ਇੱਕ ਤੇ ਇਹ ਨॉन ਜਜਮੈਂਟਲ ਪਲੇਟਫਾਰਮ ਹੈ। ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ, ਇੱਕ ਸਾਡੀ ਸੀਰੀਜ਼ ਚੱਲ ਰਹੀ ਹੈ ਕੋਰ ਅਚੀਵਰਸ। ਉਸਦੇ ਵਿੱਚ ਅਸੀਂ ਹਰ ਵੀਕ ਆਪਣੀ ਕੋਰ ਭੈਣਾਂ ਨੂੰ, ਜਿਸ ਤਰ੍ਹਾਂ ਜੋ KS ਆਫੀਸਰਸ ਨੇ, ਡਾਕਟਰਸ ਨੇ, ਲਾਇਰਸ ਨੇ, ਐਂਟਰਪ੍ਰੀਨਿਓਰਸ ਨੇ, ਉਹਨਾਂ ਦੇ ਬਾਰੇ ਵਿੱਚ ਆਪਣੇ ਇੰਸਟਾਗ੍ਰਾਮ ਪੇਜ ਤੇ ਫੇਸਬੁੱਕ ਪੇਜ ਤੇ ਉਹਨਾਂ ਦੀ ਸਟੋਰੀਜ਼ ਨੂੰ ਹਾਈਲਾਈਟ ਕਰਦੇ ਹਾਂ। ਮੈਂ ਬੇਨਤੀ ਕਰਦੀ ਹਾਂ ਸੰਗਤ ਨੂੰ ਵੀ ਕਿ ਸਾਡਾ ਪੇਜ ਲਾਈਕ ਕਰੋ। ਹੋਰ ਇਨਫੋਰਮੇਸ਼ਨ ਦੇ ਬਾਰੇ ਵਿੱਚ ਅਸੀਂ ਜਿਵੇਂ ਕੋਵਿਡ ਦੇ ਡਿਊਰਿੰਗ ਵੀ ਅਸੀਂ ਬਹੁਤ ਸਾਰੇ ਆਨਲਾਈਨ ਸੈਸ਼ਨਸ ਕਰਾਏ, ਜਿਸ ਤਰ੍ਹਾਂ ਅਸੀਂ ਕਾਫੀ ਡਾਕਟਰਸ ਨੂੰ ਇਨਵਾਈਟ ਕੀਤਾ, ਜਿਹੜਾ ਬਹੁਤ ਹੈਲਪਫੁਲ ਰਿਹਾ ਕਾਫੀ ਸਾਰੀ ਸੰਗਤਾਂ ਵਾਸਤੇ, ਸਾਰੇ ਲੋਕਾਂ ਵਾਸਤੇ, ਕਿ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਅਸੀਂ ਕਿਸ ਤਰ੍ਹਾਂ ਆਪਣੇ ਪ੍ਰੀਕਾਸ਼ਨਸ ਲੈ ਸਕਦੇ ਨੇ। ਔਰ ਅੱਛੇ ਰਿਨੋਵਡ ਡਾਕਟਰਸ ਨੂੰ ਇਨਵਾਈਟ ਕੀਤਾ ਸੀ, ਲਾਈਕ ਡਾਕਟਰ ਬਿਕਰਮ ਜੀ ਸਿੰਘ ਜੀ ਸੀ, ਡਾਕਟਰ ਜਸਵਿੰਦਰ ਸਿੰਘ ਜੀ ਐਂਡ ਜੀ ਜੀ ਮੈਨੀ ਮੋਰਸ। ਔਰ ਸਾਡਾ ਉਪਰਾਲਾ ਹੈ ਮੇਨ, ਅਸੀਂ ਯੂਥ ਕੋਰਸ ਨੂੰ ਅੱਗੇ ਲਾਣਾ ਹੈ, ਇੱਕ ਐਸਾ ਪਲੇਟਫਾਰਮ ਜਿੱਥੇ ਉਹ ਆਪਣੀ ਗੱਲ ਕਰ ਸਕਣ, ਗੱਲ ਰੱਖ ਸਕਣ, ਔਰ ਉੱਥੇ ਤੁਹਾਨੂੰ ਕੋਈ ਸਮਝ ਰਿਹਾ ਹੈ,
ਸਾਡੇ ਨਾਲ ਕਾਫੀ ਸੰਗਤਾਂ ਜੁੜੀ ਨੇ, ਸਾਡੇ ਨਾਲ ਕਾਫੀ ਇੱਕ ਵੱਡੀ ਟੀਮ ਹੈ, ਵੀਰਾਂ ਦੀ ਵੀ ਤੇ ਭੈਣਾਂ ਦੀ ਵੀ। ਜੀ ਸਾਨੂੰ ਕਾਫੀ ਲੋਕ ਸਪੋਰਟ ਵੀ ਕਰ ਰਹੇ ਨੇ, ਜਿਸ ਤਰ੍ਹਾਂ ਸਿੱਖ ਪ੍ਰੈਸ ਐਸੋਸੀਏਸ਼ਨ ਯੂਕੇ ਤੋਂ ਕਰ ਰਹੇ ਨੇ, ਕੋਰ ਵਾਇਸਿਸ ਯੂਕੇ ਤੋਂ ਕਰ ਰਹੇ ਨੇ, ਉਹ ਵੀ ਸਾਨੂੰ ਇਕਨੋਲੇਜ ਕਰ ਰਹੇ ਨੇ, ਜਾਂ ਜੀ ਈਕੋ 6 ਉਹ ਵੀ ਸਾਨੂੰ ਇਕਨੋਲੇਜ ਕਰ ਰਹੇ ਨੇ। ਸਾਡੇ ਕਾਫੀ ਸਾਰੇ ਪ੍ਰੋਜੈਕਟਸ ਹੋਰ ਵੀ ਹੈ ਇਨ ਪਾਈਪਲਾਈਨ, ਲਾਈਕ ਇੱਕ ਗੁਰਮਤ ਦਾ ਪ੍ਰੋਗਰਾਮ ਅਸੀਂ ਸਟਾਰਟ ਕਰਨ ਵਾਲੇ ਹਾਂ, ਜਿਸ ਵਿੱਚ ਕਲਾਸਿਸ ਹੋਣਗੀ ਬੱਚਿਆਂ ਵਾਸਤੇ, ਗੁਰਮਤ ਕਲਾਸਿਸ। ਉਹਦਾ ਮੇਨ ਫੋਕਸ ਰਹੇਗਾ ਅਸੀਂ ਆਪਣੇ ਯੂਥ ਨੂੰ ਇੰਪਲੋਇਮੈਂਟ ਵੀ ਦੇਵਾਂਗੇ, ਨਾਲ ਇੱਕ ਨਵੇਂ ਤਰੀਕੇ ਦੇ ਨਾਲ, ਇੱਕ ਜਿਸ ਤਰ੍ਹਾਂ ਅੱਜ ਚੱਲ ਰਿਹਾ ਹੈ ਟ੍ਰੈਂਡ ਕਿ ਇੱਕ ਗੁਰਮੁਖੀ ਨੂੰ ਅੱਗੇ ਰੱਖਣਾ, ਕਿ ਸਾਰਿਆਂ ਬੱਚੇ ਨੂੰ ਇੱਕ ਗੁਰਮੁਖੀ ਆਣੀ ਚਾਹੀਦੀ ਹੈ, ਆਪਣਾ ਨਿਤਨੇਮ ਸਾਖੀਆਂ ਸਾਰਾ ਕੁਝ ਇੱਕ ਕੰਟੈਂਟ ਕ੍ਰੀਏਟ ਹੋ ਰਿਹਾ ਹੈ ਬੇਸਿਕਲੀ। ਤੇ ਉਹ ਮਹੀਨੇ ਤੱਕ ਮੈਨੂੰ ਲੱਗਦਾ ਹੈ ਅਸੀਂ ਸਟਾਰਟ ਕਰ ਦਾਂਗੇ। ਜੀ 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 ਸਾਡੇ ਹੋਰ ਵੀ ਚਲਦੇ ਆਨਲਾਈਨ ਸੈਸ਼ਨ ਹੁੰਦੇ ਨੇ, ਜਿਸ ਤਰ੍ਹਾਂ ਹਾਊ ਟੂ ਐਨਹਾਂਸ ਯੂਰ ਕਮਿਊਨੀਕੇਸ਼ਨ ਸਕਿੱਲ, ਲਾਈਕ ਸਾਡਾ ਪਰਸਨੈਲਿਟੀ ਡਿਵੈਲਪਮੈਂਟ ਤੇ ਹੋਇਆ ਸੀ, ਹੋਰ ਵੀ ਜਿਸ ਤਰ੍ਹਾਂ ਗਰੂਮਿੰਗ ਤੇ ਹੋਇਆ ਸੀ। ਉਹ 2-3 ਸੈਸ਼ਨ ਅਸੀਂ ਕੀਤੇ ਸੀ, ਕਿ ਕਾਫੀ ਸਾਰੇ ਐਕਟਸ ਨੇ ਸੋਸ਼ਲ ਮੀਡੀਆ ਅਬਿਊਜ਼ ਦੇ, ਜਿਨ੍ਹਾਂ ਦੀ ਇਨਫੋਰਮੇਸ਼ਨ ਨਹੀਂ ਹੈ, ਉਹ ਜੀ ਇਨਫੋਰਮੇਸ਼ਨ ਸਾਰਿਆਂ ਨੂੰ, ਭੈਣਾਂ ਨੂੰ, ਵੀਰਾਂ ਨੂੰ ਦੇਣ ਲਈ। ਜੀ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ, ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀਆਂ ਭੈਣਾਂ ਇਹਦੇ ਵਿੱਚ ਬਹੁਤ ਸਾਰਾ ਵਿਸ਼ੇਸ਼ ਯੋਗਦਾਨ ਦੇ ਰਹੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਕ ਜੇਕਰ ਮੰਨੀਏ ਤਾਂ ਅਗਰ ਤੁਸੀਂ ਆਪਣੇ ਪ੍ਰਚਾਰ ਪ੍ਰਸਾਰ ਦੇ ਵਿੱਚ ਹਿੱਸਾ ਪਾ ਰਹੇ ਹੋ, ਤਾਂ ਤੁਸੀਂ ਆਪਣੇ ਨਾਲ ਦੇ ਆਪਣੇ ਫਰੈਂਡਸ ਨੂੰ ਜਾਂ ਆਪਣੇ ਸਰਕਲ ਦੇ ਵਿੱਚ ਉਹਨਾਂ ਨੂੰ ਸਮਝਾ ਬੜੇ ਅੱਛੇ ਤਰੀਕੇ ਨਾਲ ਸਕਦੇ ਹੋ। ਕਿਉਂਕਿ ਅਗਰ ਇੱਕ ਬੱਚੀ ਪ੍ਰਚਾਰ ਪ੍ਰਸਾਰ, ਕਿਉਂਕਿ ਬਹੁਤ ਜ਼ਰੂਰੀ ਹੈ ਇਸ ਸਮੇਂ। ਜੇਕਰ ਮੈਂ ਅਕਸਰ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਜੇਕਰ ਆਪਾਂ ਜ਼ਿਆਦਾ ਧਿਆਨ ਦਈਏ ਕਿ ਕਿੰਨਾ ਸਾਡੀਆਂ ਬੱਚੀਆਂ ਪ੍ਰਚਾਰ ਦੇ ਵਿੱਚ ਹਿੱਸਾ ਪਾਉਣਗੀਆਂ, ਤਾਂ ਉਹਨਾਂ ਦਾ ਪ੍ਰਚਾਰ ਕਿਸੇ ਹੱਦ ਤੱਕ ਖਤਮ ਨਹੀਂ ਹੁੰਦਾ, ਲਿਮਿਟਿਡ ਨਹੀਂ ਹੁੰਦਾ। ਉਹ ਪਹਿਲਾਂ ਆਪਣੇ ਘਰ, ਫਿਰ ਅਗਾਂਹ ਵਾਲੇ ਘਰ, ਫਿਰ ਹੋਰ ਬਹੁਤ ਸਾਰੇ ਸਮਾਜ ਨੂੰ ਸਿਰਜਣ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਜਿਹੜਾ ਸਾਡੀਆਂ ਭੈਣਾਂ ਦਾ ਹੁੰਦਾ ਹੈ। ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਜੀ ਤੁਸੀਂ ਬਸ ਇਸ ਦੇ ਅਸੀਂ ਵਿੱਚ। ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਤੇ ਬਸ ਉਹ ਸਭ ਕੁਝ ਮਾਈਂਡ ਤੇ ਰੱਖਿਆ ਹੈ। ਮੇਨ ਜੀ ਫੋਕਸ ਹੈ ਕਿਸ ਤਰ੍ਹਾਂ ਸਾਡਾ ਯੂਥ ਸਿੱਖੀ ਨਾਲ ਜੁੜੇਗਾ, ਕਿਸ ਤਰ੍ਹਾਂ ਹਮ ਅਸੀਂ ਕਿਸ ਡਿਫਰੈਂਟ ਵੇ ਵਿੱਚ ਅਸੀਂ ਉਹਨਾਂ ਦੇ ਤਰੀਕੇ ਦੇ ਨਾਲ ਅਸੀਂ ਇੱਕ ਕਾਫੀ ਸਾਰੇ ਪ੍ਰੋਜੈਕਟਸ ਕਰਾਂਗੇ। ਇਸ ਵਿੱਚ ਕੋਰ ਸਿਸਟਰਹੁੱਡ ਦੇ ਵਿੱਚ ਕਾਫੀ ਸਾਰੇ ਪ੍ਰੋਜੈਕਟਸ ਨੇ, ਤੇ ਮੇਨ ਫੋਕਸ ਹੀ ਇਹ ਹੈ ਕਿ ਕਿਸ ਤਰ੍ਹਾਂ ਅਸੀਂ ਹੋਰ ਆਪਣੇ ਸਪਿਰਿਚੁਅਲ ਲੈਵਲ ਨੂੰ ਅਪਗ੍ਰੇਡ ਕਰੀਏ। ਜੀ ਬਿਲਕੁਲ। ਹੁਣ ਮੈਂ ਆਵਾਂਗੀ ਵੀਰ ਅਮਨਦੀਪ ਸਿੰਘ ਜੀ ਹੋਣਾ ਦੇ ਵੱਲ ਨੂੰ, ਕਿਉਂਕਿ ਅਸੀਂ ਅਕਸਰ ਦੇਖਦੇ ਹੁੰਦੇ ਹਾਂ ਵੱਖ-ਵੱਖ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਵੀਰ ਜੀ ਵੀ ਜਿਹੜੇ ਯੂਥ ਨੂੰ ਜੋੜਦੇ ਨੇ। ਆਪਾਂ ਅਕਸਰ ਇਹਨਾਂ ਨੂੰ ਦੇਖਿਆ ਆਪਣੀਆਂ ਸੇਵਾਵਾਂ ਦੇਣ ਨੂੰ ਹਮੇਸ਼ਾ ਹੀ ਅਗਾਹ ਰਹਿੰਦੇ ਨੇ। ਤਾਂ ਹੁਣ ਜਿਹੜਾ ਇਹ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਪਹਿਲਗਾਮ ਦੇ ਵਿੱਚ 24 ਤਰੀਕ ਤੋਂ ਲੈ ਕੇ ਆਈ ਥਿੰਕ 26 ਤਰੀਕ ਤੱਕ ਹਾਂਜੀ ਜਿਹੜਾ ਹਾਂਜੀ ਕੈਂਪ ਹੈ ਇਹ ਉਹ ਆਰਗੇਨਾਈਜ਼ ਕੀਤਾ ਗਿਆ ਯੂਥ ਦੇ ਲਈ। ਤਾਂ ਕੀ ਕੁਝ ਰਵੇਗਾ ਇਸ ਕੈਂਪ ਦੇ ਵਿੱਚ? ਇੱਕ ਵਾਰੀ ਮੈਂ ਜਾਣਕਾਰੀ ਦਿੱਤੀ ਸੀ, ਲੇਕਿਨ ਮੈਨੂੰ ਇਹ ਸੀਗਾ ਕਿ ਸ਼ਾਇਦ ਮੇਰੀ ਜਾਣਕਾਰੀ ਦੇ ਵਿੱਚ ਕੁਝ ਅਧੂਰਾ ਨਾ ਰਹਿ ਗਿਆ ਹੋਵੇ, ਤਾਂ ਬਹੁਤ ਜ਼ਰੂਰੀ ਹੈ ਤੁਹਾਡੇ ਰਾਹੀਂ ਜਾਣਕਾਰੀ ਪਹੁੰਚਾਉਣਾ। ਹਾਂਜੀ ਤੁਸੀਂ ਹਾਂਜੀ ਇੱਕ ਵਾਰੀ ਉਸ ਕੈਂਪ ਦੇ ਰਿਲੇਟਡ ਜ਼ਰੂਰ ਜਾਣਕਾਰੀ ਦੇ ਦਿਓ। ਬਿਲਕੁਲ ਜੀ। ਸਭ ਤੋਂ ਪਹਿਲੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਕਬਾਣੀ ਚੈਨਲ ਦਾ ਬਹੁਤ ਬਹੁਤ ਧੰਨਵਾਦ। ਔਰ ਜੀ ਇੱਕ ਬਹੁਤ ਵਧੀਆ ਗੱਲ ਹੈ ਇਕਬਾਣੀ ਚੈਨਲ ਜੋ ਜੰਮੂ ਦਾ ਇੱਕ ਪਲੇਟਫਾਰਮ ਹੈ ਜਿੱਥੇ ਹਰ ਚੀਜ਼ ਨੂੰ ਤੁਸੀਂ ਕਵਰ ਕਰ ਰਹੇ ਹੋ। ਰੀਅਲੀ ਅਪਰੀਸ਼ੀਏਬਲ, ਬਹੁਤ ਵਧੀਆ ਵਰਕ ਕਰ ਰਹੇ ਹੋ ਤੁਸੀਂ। ਔਰ ਜੀ ਧੰਨਵਾਦ ਤੁਹਾਡਾ, ਤੁਸੀਂ ਜੋ ਇੱਕ ਕੈਂਪ ਲੱਗ ਰਿਹਾ ਯੂਥ ਕੈਂਪ, ਤੁਸੀਂ ਉਸ ਨੂੰ ਵੀ ਇੱਕ ਆਪਣੇ ਤਰੀਕੇ ਨਾਲ ਤੁਸੀਂ ਸੰਗਤ ਤੱਕ ਪਹੁੰਚਾ ਰਹੇ ਹੋ ਮੈਸੇਜ ਸਾਡਾ। ਤੇ ਜੀ ਜੋ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਕਿ ਕੋਰ ਸਿਸਟਰਹੁੱਡ ਜੋ ਇੱਕ ਖੋਜ ਫਾਊਂਡੇਸ਼ਨ ਦਾ ਇੱਕ ਹਿੱਸਾ ਹੈ, ਉਸ ਤਰ੍ਹਾਂ ਇੱਕ ਤੇਗ ਮੂਵਮੈਂਟ ਸੀ ਜੋ ਜਸਵਿੰਦਰ ਵੀਰ ਜੀ, ਮੋਹਿੰਦਰ ਵੀਰ ਜੀ ਸਾਰਿਆਂ ਨੇ ਡਿਸਕਸ ਕਰਕੇ ਕਿ ਤੇਗ ਮੂਵਮੈਂਟ ਦੇ ਨਾਮ ਤੇ, ਜਿਸ ਤਰ੍ਹਾਂ ਉਹਨੇ ਕਨਸੈਪਟ ਹੈ ਸਿੱਖੀ ਵਿੱਚ ਦੇਗ ਤੇਗ ਫਤਿਹ, ਦੇ ਜੀ ਤੇਗ ਜਗ ਮੈਂ ਦਊ ਚੱਲਾ, ਦੋਨੋਂ ਅਗਰ ਇਕੱਠੇ ਚੱਲਾਂਗੇ, ਦੇਗ ਤੇ ਤੇਗ ਦੀ ਫਤਿਹ ਹੋਣੀ ਚਾਹੀਦੀ ਹੈ। ਤੇਗ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਪ੍ਰਚਾਰ ਔਰ ਪ੍ਰੋਟੈਕਸ਼ਨ, ਜਿਸ ਤੋਂ ਬਾਅਦ ਤੇਗ ਤੇ ਦੇਗ ਹੋ ਗਈ ਤੁਹਾਡੀ ਲੰਗਰ, ਕੋਈ ਭੁੱਖਾ ਨਾ ਰਹੇ। ਇਹ ਅਗਰ ਮਹਾਰਾਜ ਦਾ ਕਨਸੈਪਟ ਹੈ ਕਿ ਪੂਰੀ ਦੁਨੀਆ ਵਿੱਚ ਇਹ ਕਨਸੈਪਟ ਬੇਸਿਕ ਚੀਜ਼ਾਂ ਹੋਣੀ ਚਾਹੀਦੀਆਂ ਨੇ। ਤੇ ਜੀ ਸਾਨੂੰ ਪਤਾ ਹੀ ਹੈ ਕਿ ਸਭ ਜਗ੍ਹਾ ਦੇਗ ਦੇ ਲੰਗਰ ਦੇ ਚੱਲ ਹੀ ਰਹੇ ਨੇ, ਸਿੱਖ ਬਹੁਤ ਸੇਵਾ ਕਰ ਰਹੇ ਨੇ, ਦੇਗ ਦੇ ਲੰਗਰ ਲਗਾ ਰਹੇ ਨੇ, ਲੰਗਰ ਚੱਲ ਰਹੇ ਨੇ ਸਭ ਜਗ੍ਹਾ। ਤੇ ਅੱਜ ਦੇ ਜ਼ਮਾਨੇ ਵਿੱਚ ਇੱਕ ਜੋ ਲੋੜ ਹੈ ਨਾਲ ਦੇ ਨਾਲ ਸਾਈਡ ਬਾਈ ਸਾਈਡ, ਉਹ ਤੇਗ ਦੀ ਵੀ ਲੋੜ ਹੈ। ਟੇਕ ਇਨ ਦਾ ਸੈਂਸ ਕਿ ਆਰਮ ਯੋਰਸੈਲਫ ਵਿਦ ਨੌਲੇਜ, ਜੋ ਨੌਲੇਜ ਹੋਏ, ਪ੍ਰਚਾਰ ਹੋਏ, ਪ੍ਰੋਟੈਕਸ਼ਨ ਹੋਏ, ਸਾਰਿਆਂ ਦੀ ਆਪਣੇ ਲੈਵਲ ਤੇ ਇੱਕ ਪ੍ਰਚਾਰ ਹੋਏ।
ਤੇ ਉਸ ਦੇ ਅੰਡਰ ਇਹ ਪ੍ਰੋਜੈਕਟ ਰੱਖਿਆ ਗਿਆ ਜਿਹੜਾ ਯੂਥ ਕੈਂਪ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਪਹਿਲਗਾਮ ਵਿੱਚ, ਜਸਵਿੰਦਰ ਵੀਰ ਜੀ, ਮਹਿੰਦਰ ਵੀਰ ਜੀ, ਸਾਰੇ ਵੋਲੰਟੀਅਰਸ ਮਿਲ ਕੇ, ਔਰ ਕੋਰ ਸਿਸਟਰਹੁੱਡ ਵੀ ਜੋ ਮੇਨ ਹੈਂਡਲ ਕਰ ਰਹੇ ਨੇ ਉਹ ਇਹਨਾਂ ਨੂੰ ਇਹ ਹੈਂਡਲ ਕਰਾਂਗੀ ਫੈਨਾਂ ਸਾਡੀਆਂ। ਤੇ ਇਸ ਦੇ ਵਿੱਚ ਕੀ ਹੋਏਗਾ ਕਿ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਸਿੱਖ ਇੱਕ ਹੁੰਦਾ ਨਾ, ਸਿੱਖ ਜਿਸ ਤਰ੍ਹਾਂ ਹੁਣ ਕਹਿੰਦੇ ਨੇ ਇਨਸਾਨ ਦੋ ਲੱਤਾਂ ਉੱਪਰ ਚੱਲਦਾ, ਤੇ ਹਰ ਇੱਕ ਸਿੱਖ ਦਾ ਇੱਕ ਸਿਸਟਮ ਹੋਣਾ ਚਾਹੀਦਾ, ਇੱਕ ਧਾਰਮਿਕ ਪੱਖ ਤੇ ਇੱਕ ਐਕੈਡੈਮਿਕ ਪੱਖ। ਉਹਨੇ ਦੋਨੋਂ ਚੀਜ਼ਾਂ ਦੇਖ ਕੇ ਚੱਲਣਾ ਨੇ, ਔਰ ਇਹ ਜੋ ਯੂਥ ਕੈਂਪ ਹੈ ਦੋਨੋਂ ਦਾ ਮਿਕਸਚਰ ਹੋਏਗਾ। ਇਟਸ ਨਾਟ ਲਾਈਕ ਕਿ ਪੂਰੀ ਗੁਰਮਤ ਤੁਹਾਨੂੰ ਉਸ ਤਰ੍ਹਾਂ ਹੀ ਹੋਏਗਾ, ਇਹ ਐਕੈਡੈਮਿਕ ਲੈਵਲ ਤੇ ਵੀ ਤੁਹਾਨੂੰ ਹੈਲਪ ਕਰੇਗਾ, ਪਰਸਨੈਲਿਟੀ ਡਿਵੈਲਪਮੈਂਟ ਵਿੱਚ ਵੀ ਹੈਲਪ ਕਰੇਗਾ ਤੁਹਾਨੂੰ, ਆਲ ਓਵਰ ਇੱਕ ਤੁਹਾਡੀ ਜੋ ਬੱਚੇ ਦੀ ਉਹਦੇ ਮੋਰਲ ਵੈਲਿਊਜ਼ ਹੁੰਦੀਆਂ ਨੇ, ਭਾਵੇਂ ਸਿੱਖੀ ਵਾਲੇ ਪਾਸੇ ਨੂੰ ਜਾਂ ਜੋ ਤੁਹਾਡੀ ਇੱਕ ਐਕੈਡੈਮਿਕ ਵਾਲੇ ਪਾਸੇ ਤੁਹਾਨੂੰ ਸਪੋਰਟ ਕਰਾਂਗੇ ਅਸੀਂ। ਲਾਈਕ ਪੂਰਾ ਇੱਕ ਸਿਸਟਮ ਹੋਏਗਾ ਅੰਮ੍ਰਿਤ ਵੇਲੇ ਕਿਸ ਤਰ੍ਹਾਂ ਉੱਠਣਾ ਹੈ, ਕਿਸ ਤਰ੍ਹਾਂ ਮਹਾਰਾਜ ਦੇ ਟਾਈਮ ਜਾਂ ਪੁਰਾਤਨ ਸਿੰਘ ਜਾਂ ਜੋ ਸਿੰਘ ਨੇ ਉਹਨਾਂ ਦਾ ਅੰਮ੍ਰਿਤ ਵੇਲਾ ਇੱਕ ਡੇਲੀ ਰੂਟੀਨ ਕੀ ਹੁੰਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਇਸ਼ਨਾਨ ਪਾਣੀ ਕਰਕੇ ਮਹਾਰਾਜ ਦਾ ਪ੍ਰਕਾਸ਼ ਹੋਏਗਾ, ਉਸ ਤੋਂ ਬਾਅਦ ਨਿਤਨੇਮ ਹੋਏਗਾ, ਸਿਮਰਨ ਹੋਏਗਾ, ਕੀਰਤਨ ਹੋਏਗਾ, ਆਸਾ ਦੀ ਵਾਰ ਦਾ ਕੀਰਤਨ ਹੋਏਗਾ, ਫਿਰ ਰੈਸਟ ਕਰਕੇ ਜੋ ਅੱਗੇ ਰੂਟੀਨ ਹੋਏਗੀ, ਬ੍ਰੇਕਫਾਸਟ, ਦੈਨ ਗੇਮਸ ਹੋਣਗੀ, ਐਕਟੀਵਿਟੀਜ਼ ਹੋਣਗੀ, ਜੋ ਪਰਸਨੈਲਿਟੀ ਡਿਵੈਲਪਮੈਂਟ ਦੇ ਪ੍ਰੋਗਰਾਮਸ ਹੋਣਗੇ, ਲੰਚ ਐਂਡ ਦੈਨ ਟਰੈਕਿੰਗ, ਜੋ ਵੀ ਇਹਦੇ ਵਿੱਚ ਅਸੀਂ ਪ੍ਰੋਜੈਕਟ ਕਰਾਂਗੇ, ਜੋ ਵੀ ਐਕਟੀਵਿਟੀਜ਼ ਕਰਾਂਗੇ, ਆਲ ਰਿਲੇਟਡ ਟੂ ਗੁਰਮਤ, ਔਰ ਜੋ ਬੱਚੇ ਨੂੰ ਇੱਕ ਐਕੈਡੈਮਿਕ ਲੈਵਲ ਤੇ ਔਰ ਸਪਿਰਿਚੁਅਲ ਲੈਵਲ ਤੇ ਸਪੋਰਟ ਕਰਾਂਗੇ। ਉਹ ਅਸੀਂ ਇੱਕ ਸਰਪ੍ਰਾਈਜ਼ ਰੱਖਿਆ ਬੱਚਿਆਂ ਵਾਸਤੇ, ਜਦੋਂ ਵੀ ਬੱਚੇ ਆਉਣਗੇ ਤੇ ਉਹਨਾਂ ਵਾਸਤੇ ਇੱਕ ਸਰਪ੍ਰਾਈਜ਼ ਹੋਏਗਾ ਕਿ ਐਸੀ ਕਿਹੜੀ ਐਕਟੀਵਿਟੀਜ਼ ਨੇ ਔਰ ਐਸੀ ਕੌਣ ਆ ਰਹੇ ਨੇ ਉੱਥੇ ਜੋ ਸਾਨੂੰ ਮੋਟੀਵੇਟ ਕਰਾਂਗੇ ਟੁਵਰਡਸ ਐਕੈਡੈਮਿਕ ਔਰ ਸਪਿਰਿਚੁਅਲ ਲੈਵਲ ਤੇ। ਉਹ ਤੇਗ ਮੂਵਮੈਂਟ ਦਾ ਮੇਨ ਆ ਰਹੇ ਨੇ ਇਹ ਤੁਸੀਂ ਡਿਸਕਲੋਜ਼ ਨਹੀਂ ਕਰ ਰਹੇ, ਮਤਲਬ ਇਹ ਕੌਣ ਸਾਡੇ ਨਾਲ ਹੋਣਗੇ, ਕਿਉਂਕਿ ਮੇਰਾ ਅਗਲਾ ਸਵਾਲ ਇਹੀ ਹੋਣਾ ਸੀ, ਲੇਕਿਨ ਤੁਸੀਂ ਤੇ ਥੋੜਾ ਜਿਹਾ ਮਤਲਬ ਅਸੀਂ ਉਹ ਇਸ ਤਰ੍ਹਾਂ ਰੱਖਿਆ ਕਿ ਲਾਈਕ ਬੱਚਿਆਂ ਵਿੱਚ ਕਿਉਰਿਓਸਿਟੀ ਬਣੀ ਰਹੇਗੀ ਕਿ ਵੀ ਉੱਥੇ ਹੋਏਗਾ ਕਿ ਅਗਰ ਅਸੀਂ ਐਕਟੀਵਿਟੀਜ਼ ਵੀ ਪੂਰੀ ਡਿਸਕਲੋਜ਼ ਨਹੀਂ ਕਰੇ, ਅਸੀਂ ਮੇਨ ਛੋਟੀ ਐਕਟੀਵਿਟੀਜ਼ ਲਿਖੀ ਹੈ ਉੱਥੇ, ਟਰੈਕਿੰਗ ਐਂਡ ਆਲ, ਤੇ ਮਗਰ ਜੋ ਉੱਥੇ ਇੱਕ ਪ੍ਰੋਗਰਾਮ ਹੋਏਗਾ ਬੋਨਫਾਇਰ ਹੋਏਗੀ, ਔਰ ਬੋਨਫਾਇਰ ਤੇ ਹੋਏਗੀ, ਮगर ਬੋਨਫਾਇਰ ਦੇ ਟਾਈਮ ਕੀ ਹੋਏਗਾ, ਖਾਲੀ ਬੈਠ ਕੇ ਅੱਗ ਸੇਕਣੀ ਹੈ ਜਾਂ ਉਸ ਟਾਈਮ ਕੋਈ ਸੈਸ਼ਨ ਚਲੇਗਾ ਜਾਂ ਉਸ ਟਾਈਮ ਕੁਝ ਕੀਰਤਨ ਹੋਏਗਾ ਜਾਂ ਕੀ ਹੋਏਗਾ, ਉਹ ਇੱਕ ਸਰਪ੍ਰਾਈਜ਼ ਰੱਖਿਆ ਸੀ ਬੱਚਿਆਂ ਵਾਸਤੇ ਕਿ ਕਿਸ ਤਰੀਕੇ ਨਾਲ। ਤੁਸੀਂ ਸਾਡੇ ਨਾਲ ਲਾਈਵ ਸੈਸ਼ਨ ਦੇ ਵਿੱਚ ਇਸ ਸਮੇਂ ਆਇਓ, ਇਸ ਸਮੇਂ ਤੁਹਾਡੀਆਂ ਜਿਹੜੀਆਂ 70 ਦੇ 70 ਜਿਹੜੇ ਬੱਚੇ ਨੇ ਉਹ ਵੀ ਤੁਹਾਡੇ ਰਿਜ਼ਰਵ ਹੋ ਚੁੱਕਿਆ ਨੇ, ਲੇਕਿਨ ਹੁਣ ਕਿੰਨਾ ਹੋਏਗਾ ਜਿਹੜੇ ਬੱਚੇ ਰਹਿ ਗਏ ਨੇ ਤੁਹਾਡੇ ਲਾਈਵ ਸੈਸ਼ਨ ਦੇ ਬਾਅਦ, ਤੇ ਇਦਾਂ ਲੱਗ ਰਿਹਾ ਹੋਏਗਾ ਬੱਚਿਆਂ ਨੂੰ ਕਿ ਸ਼ਾਇਦ ਅਸੀਂ ਲੇਟ ਹੋ ਗਏ ਆ। ਬਿਲਕੁਲ, ਮਗਰ ਅਸੀਂ ਉੱਥੇ ਰੱਖਿਆ ਹੋਇਆ ਕਿ ਇੱਕ ਵੇਟਿੰਗ ਲਿਸਟ ਅਸੀਂ ਕਰ ਰਹੇ ਹਾਂ ਰੈਡੀ, ਤੇ ਅਗਰ ਸਾਡੇ ਕੋਲ ਕੋਈ ਵੈਕੈਂਸੀ ਜਾਂ ਕੋਈ ਆਪਸ਼ਨ ਹੋਏਗਾ ਅਸੀਂ ਉਹਨਾਂ ਨੂੰ ਵੀ ਵੈਲਕਮ ਕਰਾਂਗੇ। ਤੇ ਤੁਸੀਂ ਇਹ ਨਹੀਂ ਕਿ ਉੱਥੇ ਅਗਰ ਲਿਸਟ ਫੁੱਲ ਹੋ ਗਈ ਤੁਸੀਂ ਸਾਨੂੰ ਕੰਟੈਕਟ ਨਾ ਕਰੋ, ਕੰਟੈਕਟ ਕਰੋ ਜ਼ਰੂਰ, ਮਹਾਰਾਜ ਕਿਰਪਾ ਕਰਾਂਗੇ। ਅਗਰ ਮਹਾਰਾਜ ਨੇ ਤੁਹਾਡੇ ਕਿਸਮਤ ਦੀ ਸੰਗਤ ਲਿਖੀ ਦੀ ਹੋਏਗੀ ਤੇ ਜ਼ਰੂਰ ਆਪਣੇ ਆਪ ਹੀ ਤੁਹਾਨੂੰ ਕਾਲ ਆ ਜਾਏਗੀ, ਤੇ ਤੁਸੀਂ ਜੋ ਉੱਥੇ ਮੈਂਸ਼ਨ ਨੰਬਰ ਦਿੱਤਾ ਹੋਇਆ ਉੱਥੇ ਜ਼ਰੂਰ ਜਾ ਕੇ ਤੁਸੀਂ ਕੰਟੈਕਟ ਕਰੋ, ਆਪਣੀ ਡਿਟੇਲਸ ਦਿਓ। ਤੇ ਅਗਰ ਤੁਹਾਡੇ ਪੇਜ ਤੇ ਕਿਸ ਤਰ੍ਹਾਂ ਦੇ ਨਾਲ ਰੀਚ ਕਰ ਸਕਦੇ, ਮਤਲਬ ਕੀ ਤੁਹਾਡੇ ਪੇਜ ਦਾ ਨਾਮ ਇੱਕ ਵਾਰੀ ਉਹ ਵੀ ਤੁਸੀਂ ਦੱਸ ਦਿਓ। ਹਾਂਜੀ, ਕੋਰ ਸਿਸਟਰਹੁੱਡ ਹੈ ਇੰਸਟਾਗ੍ਰਾਮ ਤੇ, ਕੋਰ ਸਿਸਟਰਹੁੱਡ ਖੋਜ ਫਾਊਂਡੇਸ਼ਨ ਦੇ ਨਾਮ ਤੋਂ 2 ਪੇਜ ਚੱਲ ਰਹੇ ਨੇ, ਤੇ ਤੁਸੀਂ ਕੋਰ ਸਿਸਟਰਹੁੱਡ ਅਗਰ ਇੰਸਟਾਗ੍ਰਾਮ ਤੇ ਸਰਚ ਕਰੋਗੇ, ਤੁਸੀਂ ਉੱਥੇ ਕੰਟੈਕਟ ਕਰੋਗੇ, ਤੁਹਾਨੂੰ ਜੋ ਇੱਕ ਗੂਗਲ ਫਾਰਮ ਦਾ ਲਿੰਕ ਹੈ ਉਹ ਭੇਜ ਦਿੱਤਾ ਜਾਏਗਾ, ਤੇ ਜੋ ਵੀ ਤੁਹਾਨੂੰ ਪ੍ਰੋਸੀਜਰ ਹੈ ਸਾਰਾ ਅੱਗੇ ਦੱਸ ਦਿੱਤਾ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਉਹਦੇ ਵਿੱਚ ਰਜਿਸਟ੍ਰੇਸ਼ਨ ਕਰ ਸਕਦੇ ਹੋ। ਤੇ ਨਾਲ ਤੇਗ ਮੂਵਮੈਂਟ ਦਾ ਤੇ ਇਹ ਹਲੇ ਪਹਿਲਾ ਪ੍ਰੋਜੈਕਟ ਹੈ, ਔਰ ਮਹਾਰਾਜ ਦੀ ਕਿਰਪਾ ਨਾਲ ਕਾਫੀ ਪ੍ਰੋਜੈਕਟ ਆ ਰਹੇ ਨੇ। ਗੁਰਬਾਣੀ ਸੰਥਿਆ ਜੋ ਬੇਸਿਕਸ ਤੋਂ ਸ਼ੁਰੂ ਕਰਾਂਗੇ ਅਸੀਂ, ਪੰਜਾਬੀ ਲੈਂਗੁਏਜ, ਜੋ ਗੁਰਮੁਖੀ ਸਿਖਾਣਾ, ਔਰ ਗੁਰਬਾਣੀ ਸੰਥਿਆ ਹੋਣਾ। ਕਈ ਬੱਚੇ ਨੇ ਜਿਨ੍ਹਾਂ ਨੂੰ ਬਾਹਰ ਜਾਣ ਦਾ ਟਾਈਮ ਨਹੀਂ, ਆਨਲਾਈਨ ਸੈਸ਼ਨਸ ਹੋਣਗੇ, ਜਿਸ ਤਰ੍ਹਾਂ ਭੈਣ ਜੀ ਸੁਣਾ ਰਹੇ ਸੀ ਕਿ ਕੰਟੈਂਟ ਤਿਆਰ ਹੋ ਰਿਹਾ, ਜੋ ਇਹ ਕੰਟੈਂਟ ਸਾਰੇ ਬੱਚੇ ਅੱਜ ਕੱਲ੍ਹ ਮੋਬਾਈਲ ਉੱਪਰ ਜ਼ਿਆਦਾ ਬੈਠੇ ਹੁੰਦੇ ਨੇ, ਤੇ ਜ਼ਰੂਰੀ ਹੈ ਕਿ ਵੀ ਇੱਕ ਐਸਾ ਪਲੇਟਫਾਰਮ ਤਿਆਰ ਕਰੀਏ ਕਿ ਬੱਚੇ ਮੋਬਾਈਲ ਦੇ ਥਰੂ ਹੀ ਅਗਰ ਕੁਝ ਸਿੱਖ ਸਕਣ, ਅੱਛੀ ਚੀਜ਼ ਸਿੱਖ ਸਕਣ, ਤੇ ਅਸੀਂ ਐਸਾ ਕੰਟੈਂਟ ਕ੍ਰੀਏਟ ਕਰੀਏ। ਬਿਲਕੁਲ, ਬਹੁਤ ਜਿੱਦਾਂ ਕਿ ਹੁਣ ਟੈਕਨੋਲੋਜੀ ਬਹੁਤ ਵਾਸਟ ਹੁੰਦੀ ਜਾ ਰਹੀ ਹੈ, ਬੜੇ ਵੱਖਰੇ ਤਰੀਕਿਆਂ ਦੇ ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ, ਲੇਕਿਨ ਸਭ ਤੋਂ ਵੱਡੀ ਗੱਲ ਸਾਡੇ ਲਈ ਖੁਸ਼ੀ ਦੀ ਇਹ ਹੈ ਕਿ ਇਹ ਚੀਜ਼ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਸਾਡੇ ਬੱਚਿਆਂ ਨੂੰ ਸ਼ਾਇਦ ਅੱਗੇ ਨਹੀਂ ਮਿਲੀ, ਜੋ ਹੁਣ ਮਿਲਣ ਜਾ ਰਹੀ ਹੈ, ਕਿਉਂਕਿ ਅੱਜ ਕੱਲ ਬੱਚੇ ਟੈਕਨੋਲੋਜੀ ਦੇ ਨਾਲ ਜੁੜੇ ਹੋਏ, ਜਿੱਦਾਂ ਕਿ ਨਾਲ ਅਮਨਦੀਪ ਵੀਰ ਜੀ ਹੋਣਾ ਨੇ ਕਿਹਾ ਕਿ ਬੱਚੇ ਜ਼ਿਆਦਾ ਸਮਾਂ ਆਪਣਾ ਫੋਨ ਤੇ ਬਿਤਾਉਂਦੇ ਨੇ, ਤਾਂ ਫਿਰ ਕਿਉਂ ਨਾ ਬੱਚਿਆਂ ਨੂੰ ਸਿਖਾਇਆ ਜਾਵੇ ਕਿ ਤੁਸੀਂ ਫੋਨ ਦੀ ਵਰਤੋਂ ਕਿਵੇਂ ਕਰਨੀ ਆ। ਫੋਨ ਦੇ ਵਿੱਚ ਹੀ ਦੇਖੋ, ਲੇਕਿਨ ਕਹਿੰਦੇ ਨੇ ਨਾ ਬੱਚੇ ਫੋਨ ਦੇ ਵਿੱਚ ਵੀ ਅਗਰ ਜਿਸ ਤਰ੍ਹਾਂ ਦੇ ਨਾਲ ਸਿੱਖੀ ਦੀ ਗੱਲ ਕੀਤੀ ਜਾਵੇਗੀ, ਸਿੱਖ ਧਰਮ ਦੀ ਗੱਲ ਕੀਤੀ ਜਾਵੇਗੀ, ਤਾਂ ਬੱਚਿਆਂ ਦਾ ਇੰਟਰਸਟ ਵਧੇਗਾ। ਤੇ ਇੱਥੇ ਸੁਖਬੀਰ ਕੌਰ ਭੈਣ ਜੀ ਸਾਡੇ ਪੰਜਾਬ ਤੋਂ ਨੇ, ਉਹ ਵੀ ਤੁਹਾਡਾ ਨੰਬਰ ਮੰਗ ਰਹੇ ਨੇ, ਤੇ ਤੁਸੀਂ ਹੁਣ ਉਹਨਾਂ ਨੂੰ ਦੱਸ ਹੀ ਦਿੱਤਾ ਹੈ ਕਿ ਇੰਸਟਾਗ੍ਰਾਮ ਤੇ ਜਾ ਕੇ ਉਹ ਤੁਹਾਡਾ ਕੋਰ ਸਿਸਟਰਹੁੱਡ ਤੇ ਜਾ ਕੇ ਦੇਖ ਸਕਦੇ ਨੇ, ਉਹ ਤੁਹਾਡਾ ਕੰਟੈਕਟ ਨੰਬਰ ਮਿਲ ਜਾਏਗਾ। ਤੇ ਹੁਣ ਮੈਂ ਆਵਾਂਗੀ ਵੀਰ ਜਸਵਿੰਦਰ ਸਿੰਘ ਜੀ ਹੋਣਾ ਦੇ ਵੱਲ। ਤਾਂ ਵੀਰ ਜੀ ਮੇਰਾ ਸਵਾਲ ਇਹੋ ਰਹੇਗਾ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੀ ਸੇਵਾ ਕਰ ਰਹੇ ਹੋ, ਮੈਂ ਵੀ ਹੁਣ ਡਿਸਕਲੋਜ਼ ਤੇ ਨਹੀਂ ਕਰਾਂਗੀ, ਤੁਹਾਡਾ ਇੱਕ ਉਹ ਹੈ ਕਿ ਚਲੋ ਹਲੇ ਪਤਾ ਨਹੀਂ ਚੱਲਣਾ ਚਾਹੀਦਾ ਕਿ ਬੱਚੇ ਆ ਕੇ ਦੇਖਣ ਉੱਥੇ ਕਿੱਦਾਂ ਕੀ ਰਵੇਗਾ, ਲੇਕਿਨ ਮੈਨੂੰ ਪਤਾ ਹੈ ਵੀਰ ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੇ ਭਾਈ ਸੁਖਵੰਤ ਸਿੰਘ ਜੀ, ਉਹ ਵੀ ਤੁਹਾਡੀ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਨੇ, ਔਰ ਜਸਵਿੰਦਰ ਸਿੰਘ ਜੀ ਜਿਹੜੇ KS ਨੇ ਉਹ ਪੰਜਾਬ ਤੋਂ,
ਉਹ ਵੀ ਤੁਹਾਡੀ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਨੇ। ਬਹੁਤ ਵਧੀਆ ਮਤਲਬ ਬੜੇ ਇੰਟੈਲੀਜੈਂਟ ਔਰ ਬੜੇ ਐਕਸਪੀਰੀਅੰਸਡ, ਜਿਹੜੇ ਬਹੁਤ ਜ਼ਿਆਦਾ ਐਕਸਪੀਰੀਅੰਸ ਰੱਖਦੇ ਨੇ, ਉਹ ਵਾਲੇ ਵੀਰ ਤੁਹਾਡੇ ਨਾਲ ਬਹੁਤ ਹੀ ਸਤਿਕਾਰਯੋਗ ਜੁੜੇ ਹੋਏ ਨੇ। ਤਾਂ ਬਹੁਤ ਕੁਝ ਸੋਚਿਆ ਵੀ ਹੋਣਾ, ਜਿਸ ਤਰ੍ਹਾਂ ਦੇ ਨਾਲ ਹੁਣ ਤੱਕ ਸੇਵਾਵਾਂ ਦਿੱਤੀਆਂ ਗਈਆਂ ਨੇ, ਬਹੁਤ ਸਕਸੈਸਫੁਲ ਰਹੇ ਹੋ, ਜਿੰਨਾ ਕਿ ਤੁਸੀਂ ਸੋਚ ਕੇ ਚੱਲੇ ਸੀ ਉਸ ਹਿਸਾਬ ਦੇ ਨਾਲ। ਅੱਗੇ ਕੀ ਸੋਚਿਆ ਹੋਇਆ, ਅਗਾਂਹ ਹੁਣ ਅਗਾਂਹ ਕੀ ਸੋਚ ਕੇ ਚੱਲ ਰਹੇ ਹੋ ਕਿ ਇਸੇ ਹੀ ਫਾਊਂਡੇਸ਼ਨ ਦੇ ਰਾਹੀਂ ਕੀ ਕੀ ਕੰਮ ਹੋਰ ਕਰਨੇ ਚਾਹੀਦੇ ਨੇ ਤੇ ਕੀ ਕੀ ਕੁਝ ਨਵਾਂ ਤੁਸੀਂ ਹੋਰ ਕਰੋਗੇ? ਸਭ ਤੋਂ ਪਹਿਲੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਸ ਤਰ੍ਹਾਂ ਤੁਹਾਡੇ ਕੁਐਸਚਨ ਹੈ ਜੋ ਅਮਨਵੀਰ ਤੇ ਜੈਪ੍ਰੀਤ ਕੌਰ ਨੇ ਆਲਰੇਡੀ ਦੱਸ ਦਿੱਤਾ ਕਿ ਸਾਡੇ ਪ੍ਰੋਜੈਕਟ ਕਿਸ ਤਰ੍ਹਾਂ ਚੱਲ ਰਹੇ ਨੇ। ਪਹਿਲੇ ਤੇ ਸਾਡਾ ਇਦਾਂ ਦਾ ਸਹੀ ਸੀ ਕਿ ਜਦੋਂ ਵੀ ਤੁਸੀਂ ਆਪਣੇ JNK ਵਿੱਚ ਦੇਖੋ, JNK ਹਮੇਸ਼ਾ ਹੀ, ਅਗਰ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਤੁਸੀਂ ਗੱਲ ਲੈ ਕੇ ਚਲੋ, ਗੁਰੂ ਨਾਨਕ ਸਾਹਿਬ ਜਦੋਂ ਉਦਾਸੀ ਤੇ ਕਸ਼ਮੀਰ JNK ਆਏ ਸਨ, ਕਸ਼ਮੀਰ ਆਏ ਸਨ, ਤੇ ਗੁਰੂ ਸਾਹਿਬ ਨੇ ਇੱਕ ਬੂਟਾ ਲਾਇਆ ਸੀ ਸਿੱਖੀ ਦਾ ਕਸ਼ਮੀਰ ਵਿੱਚ। ਫਿਰ ਜਦੋਂ ਫਿਰ ਉਹਦੇ ਅੱਗੇ ਫਿਰ ਲਦਾਖ ਗਏ, ਫਿਰ ਉਹਦੇ ਬਾਅਦ ਫਿਰ ਬਾਕੀ ਚਾਈਨਾ ਤੱਕ ਗਏ। ਤੇ ਸਿੱਖੀ ਵਾਸਤੇ ਇੱਕ JNK ਇੱਕ ਬਹੁਤ ਇੰਪੋਰਟੈਂਟ ਪਲੇਸ ਹੈ, ਜਿੱਥੇ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਸਾਡੇ ਜੰਮੂ ਕਸ਼ਮੀਰ ਤੋਂ ਨੇ। ਫਿਰ ਸਾਡੇ ਕਿੰਨੇ ਹੀ ਮਾਨਯੋਗ ਪ੍ਰਚਾਰਕ ਜੋ ਅਕਾਲੀ ਕੌਰ ਸਿੰਘ, ਉਹਨਾਂ ਦਾ ਕਿੰਨਾ ਜ਼ਿਆਦਾ ਯੋਗਦਾਨ ਹੈਗਾ ਕੰਟੈਂਪਰਰੀ ਸਿੱਖੀ ਵਿੱਚ, ਤੇ ਉਹਨਾਂ ਦੀ ਸਾਰੀ ਲੈਗੇਸੀ ਨੂੰ ਅਸੀਂ ਕਿਤੇ ਕੈਰੀ ਫਾਰਵਰਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ JNK ਤੋਂ। ਇਸ ਤਰ੍ਹਾਂ ਦਾ ਤੁਸੀਂ ਲੈ ਲਓ ਕਿ ਸਿੱਖੀ ਦਾ ਰਿਵਾਈਵਲ ਅਗਰ ਕਿਤੇ ਸ਼ੁਰੂ ਹੋਵੇਗਾ ਮਹਾਰਾਜ ਦੀ ਕਿਰਪਾ ਨਾਲ, ਉਹ ਅਸੀਂ ਕੋਸ਼ਿਸ਼ ਕਰੀਏ ਕਿ ਉਹ JNK ਤੋਂ ਸ਼ੁਰੂ ਹੋਏ। ਤੇ ਜੋ ਸਾਡੇ ਪ੍ਰੋਜੈਕਟਸ ਨੇ, ਜੋ ਫਰਦਰ ਅਸੀਂ ਤੁਸੀਂ ਕਿਹਾ ਕਿ ਫਰਦਰ ਦੇ ਪ੍ਰੋਜੈਕਟਸ, ਜੋ ਸਾਡੇ ਫਰਦਰ ਦੇ ਪ੍ਰੋਜੈਕਟਸ ਨੇ, ਉਸ ਵਾਸਤੇ ਅਸੀਂ ਪਹਿਲੇ ਅਸੀਂ ਇੱਕ ਯੂਥ ਨੂੰ ਅੱਗੇ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਯੂਥ ਸਾਡੇ ਨਾਲ ਕੋਰਸ ਇੰਸਟੀਚਿਊਟ ਦੀ ਭੈਣਾਂ ਜੁੜੀ ਨੇ, ਸਾਡੇ ਨਾਲ ਵੀਰ ਜੁੜੇ ਨੇ ਜੋ ਸੇਵਾ, ਉਹ ਤੁਸੀਂ ਪਿਛਲੀ ਵਾਰ ਵੀ ਦੇਖਿਆ ਸੀ ਕਿ ਕੋਵਿਡ ਦੀ ਜਦੋਂ ਸਮੱਸਿਆ ਆਈ ਸੀ ਤੇ ਸਾਡੇ ਨਾਲ ਜਿਹੜੇ ਸਾਰੇ ਵੀਰ ਖੜੇ ਹੋ ਗਏ ਉਸ ਟਾਈਮ ਤੇ ਸੇਵਾ ਕਰਨ ਨੂੰ, ਰਾਤ ਨੂੰ ਸਿਲੰਡਰ ਦੇਣਾ, ਉਹ ਸਾਰਾ ਕੁਝ। ਤੇ ਇੱਕ ਸਾਡੀ ਇੱਕ ਬਹੁਤ ਹੀ ਮਾਣਯੋਗ ਗੱਲ ਹੈਗੀ ਕਿ ਇੱਕ ਬੜੀ ਸਟਰੋਂਗ ਸਾਡੀ ਟੀਮ ਇਸਟੈਬਲਿਸ਼ ਹੋ ਗਈ ਦੀ ਮਹਾਰਾਜ ਦੀ ਕਿਰਪਾ ਨਾਲ। ਜੰਮੂ ਵਿੱਚ ਵੀ ਹੈਗੀ ਹੈ, ਕਸ਼ਮੀਰ ਵਿੱਚ ਵੀ ਹੈਗੀ ਹੈ, ਸ਼੍ਰੀਨਗਰ ਵਿੱਚ ਵੀ ਹੈਗੀ ਆ, ਅਨੰਤਨਾਗ ਵਿੱਚ ਵੀ ਹੈਗੀ ਆ। ਅੱਜ ਦੇ ਡੇਟ ਵਿੱਚ ਅਸੀਂ ਸਾਰੇ ਵੀਰ ਭੈਣ ਅਸੀਂ ਜੰਮੂ ਵਿੱਚ ਖੜੇ ਹਾਂ, ਬਟ ਸਾਡੀ ਟੀਮ ਪਹਿਲਗਾਮ ਜਾ ਕੇ ਉੱਥੇ ਤਿਆਰੀਆਂ ਕਰ ਰਹੀ ਨੇ। ਵੀਰ ਜਸਬੀਰ ਸਿੰਘ ਜੀ ਨੇ। ਜੀ ਮੈਂ ਇੱਥੇ ਇੱਕ ਸਵਾਲ ਇਹ ਪੁੱਛਾਂਗੀ ਕਿ ਕਿਆ ਇਹ ਸਾਰੇ ਕੋਰ ਸਿਸਟਰਹੁੱਡ ਫਾਊਂਡੇਸ਼ਨ ਦੇ ਨਾਲ ਜੁੜ ਕੇ ਹੀ ਕਰ ਰਹੇ ਨੇ ਜਾਂ ਕੁਝ ਹੋਰ ਵੀ ਫਾਊਂਡੇਸ਼ਨਸ ਨੇ ਅਲੱਗ-ਅਲੱਗ ਤੁਹਾਡੇ ਹੀ ਰਾਹੀਂ ਸੇਵਾ ਦਿੱਤੀ ਜਾ ਰਹੀ? ਥੋੜਾ ਜਿਹਾ ਬੇਸਿਕਲੀ ਅਸੀਂ ਨਾ ਥੋੜਾ ਹਟ ਕੇ ਇਸ ਕਨਸੈਪਟ ਨੂੰ ਲੈ ਕੇ ਆ ਰਹੇ ਹਾਂ। ਫਾਊਂਡੇਸ਼ਨ for the purpose of registration ਗਵਰਨਮੈਂਟ ਨਾਲ ਉਹ ਕਰਨ ਵਾਸਤੇ ਹੁੰਦੀ ਹੈ, ਬਟ ਜੋ ਸਾਡੇ ਪ੍ਰੋਜੈਕਟਸ ਨੇ, ਜਿਸ ਤਰ੍ਹਾਂ ਕੋਰ ਸਿਸਟਰਹੁੱਡ ਵਾਲਾ ਪ੍ਰੋਜੈਕਟ ਹੈਗਾ, ਉਹ ਸਿਰਫ ਉਹ ਕੋਈ ਕਿਸੇ that's not a registered thing, that's the project under ਖੋਜ ਫਾਊਂਡੇਸ਼ਨ। ਇਸ ਤਰ੍ਹਾਂ ਹੀ ਸਾਡਾ ਦੂਜਾ ਪ੍ਰੋਜੈਕਟ ਹੋਏਗਾ ਤੇਗ ਮੂਵਮੈਂਟ, ਜੋ ਅਮਨ ਵੀਰ ਜੀ ਨੇ ਬੜੇ ਬਾਖੂਬੀ ਦੱਸਿਆ ਕਿ ਤੇਗ ਮੂਵਮੈਂਟ ਦਾ ਕੀ ਪਲਾਨ ਹੋਏਗਾ। ਇਸ ਤਰ੍ਹਾਂ ਹੀ ਜੋ ਸਾਡੇ ਬਾਕੀ ਪ੍ਰੋਜੈਕਟਸ ਨੇ, ਹੁਣ ਜਿੱਦਾਂ ਜੈਪ੍ਰੀਤ ਕੌਰ ਨੇ ਦੱਸਿਆ ਸੀ ਕਿ ਅਸੀਂ ਗੁਰਮਤਿ ਕਲਾਸਾਂ ਸਟਾਰਟ ਹੋ ਰਹੀ ਨੇ ਤੇ ਸਾਡਾ ਕੰਟੈਂਟ ਕ੍ਰੀਏਟ ਹੋ ਰਿਹਾ, ਤੇ ਸਾਡਾ ਸਭ ਤੋਂ ਜ਼ਿਆਦਾ ਫੋਕਸ ਇਹ ਹੈਗਾ ਕਿ ਅਸੀਂ ਕੈਪੈਸਿਟੀ ਬਿਲਡਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਟੀਮ ਦੀ। ਪਹਿਲਾ ਤੇ ਸਾਡਾ ਉਹ ਮਕਸਦ ਹੈਗਾ। ਜਦੋਂ ਅਸੀਂ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਕਰ ਲਵਾਂਗੇ, ਤੁਸੀਂ ਇਸ ਤਰ੍ਹਾਂ ਸਮਝੋ, ਜਦੋਂ ਅੱਜ ਦਾ ਡਿਜੀਟਲ ਯੁੱਗ ਹੈਗਾ, ਜੋ ਸਾਡੇ ਵੀਰ ਭੈਣ ਨੇ, ਜਿਸ ਤਰ੍ਹਾਂ ਕੋਈ ਸਾਡੇ ਨਾਲ, ਸਾਡੀ ਟੀਮ ਵਿੱਚ ਤੁਹਾਡੇ ਇੰਜੀਨੀਅਰ ਵੀ ਹੈਗੇ ਨੇ, ਡਾਕਟਰ ਵੀ ਹੈਗੇ ਨੇ, ਸਾਡੀ ਟੀਮ ਵਿੱਚ ਮਾਰਕੀਟਿੰਗ ਸਪੈਸ਼ਲਿਸਟ ਵੀ ਹੈਗੇ ਨੇ, ਤੇ ਇਹ ਟੀਮ ਆਪਣਾ ਐਕਸਪਰਟਾਈਜ਼, ਆਪਣੀ ਫੀਲਡ ਐਕਸਪਰਟਾਈਜ਼ ਯੂਜ਼ ਕਰਕੇ ਸਿੱਖੀ ਨੂੰ, ਪ੍ਰਚਾਰ ਨੂੰ ਕਿਸ ਤਰ੍ਹਾਂ ਅਸੀਂ ਮਾਡਰਨ ਤਰੀਕੇ ਨਾਲ ਅੱਗੇ ਲਿਆਈਏ। ਹੁਣ ਜਿਸ ਤਰ੍ਹਾਂ ਕੈਂਪ ਵਾਲੀ ਗੱਲ ਹੋ ਗਈ, ਕੈਂਪ ਇੱਕ ਨਵਾਂ ਇਨੋਵੇਟਿਵ ਕਨਸੈਪਟ ਹੈ ਜੋ ਤੁਸੀਂ ਫੋਰਨ ਕੰਟਰੀਜ਼ ਵੀ ਦੇਖਿਆ ਹੋਣਾ, ਜਿੱਥੇ ਤੁਸੀਂ ਬ੍ਰਿਟਿਸ਼ ਐਸੋਸੀਏਸ਼ਨ ਆਫ ਸਿੱਖ ਸਟੂਡੈਂਟਸ ਪਿਛਲੇ 40 ਸਾਲ ਤੋਂ ਕੈਂਪ ਲਾ ਰਹੀ ਹੈ, ਯੂਥ ਕੈਂਪ ਲਾ ਰਹੀ ਹੈ, ਤੇ ਉਹਦਾ ਅਸਰ ਤੁਸੀਂ ਅਗਰ ਅੱਜ UK ਜਾਓਗੇ ਤੇ ਜਿੱਥੇ ਵੀ ਤੁਸੀਂ ਗੁਰਮੁਖ ਬੱਚੇ ਪਾਓਗੇ, ਉਹ ਸਿਰਫ ਉਹਨਾਂ ਕੈਂਪਾਂ ਦਾ ਅਸਰ ਹੈਗਾ ਕਿ ਜੋ ਐਨੂਅਲ ਕੈਂਪ, ਬਾਇਨੂਅਲ ਕੈਂਪਸ ਹੁੰਦੇ ਨੇ, ਜਿੱਥੇ ਬੱਚਿਆਂ ਦੇ ਤਰੀਕੇ ਨਾਲ ਉਹਨਾਂ ਦੀ ਗੱਲ ਉਹਨਾਂ ਨੂੰ ਸਮਝਾ ਸਕਦੇ ਹਾਂ। ਹੁਣ ਜਿਸ ਤਰ੍ਹਾਂ ਤੁਸੀਂ ਅਗਰ ਕੋਈ ਵੀ ਸਾਡੇ ਕੈਂਪ ਦਾ ਤੁਸੀਂ ਪ੍ਰੋਜੈਕਟ ਦੇਖ ਲਓ, ਤੇ ਪ੍ਰੋਜੈਕਟ ਦਾ ਕੈਂਪ ਦਾ ਸਟਰਕਚਰ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਇਨਵੋਲਵ ਹੋਣ, ਤੇ ਜੋ ਅਸੀਂ ਸਿੱਖੀ ਵਾਲਾ ਪ੍ਰਚਾਰ ਉਹਨਾਂ ਨੂੰ ਕਰੀਏ, ਉਹ ਉਹਨਾਂ ਦੀ ਇਨਵੋਲਵਮੈਂਟ ਨਾਲ ਹੋਵੇ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਸ ਤਰ੍ਹਾਂ ਕੈਂਪ ਸਟਾਰਟ ਹੋਵੇਗਾ ਤੇ ਇੱਕ ਸੇਵਾ ਵਾਲਾ ਪ੍ਰੋਜੈਕਟ ਹੈਗਾ, ਜਿਸ ਤਰ੍ਹਾਂ ਦੀ ਅਸੀਂ ਟੀਮਸ ਡਿਵਾਈਡ ਕਰਕੇ ਅਕੋਰਡਿੰਗਲੀ, ਉਹ ਇਸ ਤਰ੍ਹਾਂ ਨਹੀਂ ਹੋਏਗਾ ਕਿ ਸਾਡੇ ਲਾਂਗਰੀ ਜਾਂ ਕੋਈ ਵੀ ਜੋ ਲੰਗਰ ਬਣਾਉਣ ਵਾਲੇ ਹੋਣਗੇ, ਸਾਡੀ ਟੀਮ ਹੀ ਲੰਗਰ ਬਣਾਏਗੀ।
ਤੇ ਸਾਡੀ ਟੀਮ ਹੀ ਸਰਵ ਕਰੇਗੀ। ਜੋ ਟੀਮ ਅਸੀਂ ਡਿਵਾਈਡ ਕਰਾਂਗੇ ਤੇ ਉਹ ਸਾਰੀ ਕੈਂਪਰਸ ਦੀ ਰਿਸਪੌਂਸਿਬਿਲਿਟੀ ਹੋਏਗੀ ਕਿ ਸੇਵਾ ਕਿੱਦਾਂ ਦੀ ਕਰਨੀ ਹੈ। ਜਿਸ ਤਰ੍ਹਾਂ ਅਮਨਵੀਰ ਜੀ ਨੇ ਕਿਹਾ ਕਿ ਅੰਮ੍ਰਿਤ ਵੇਲਾ ਕਿਸ ਤਰ੍ਹਾਂ ਸੰਭਾਲਿਆ, ਕੰਪਲਸਰੀ ਹੋਏਗਾ ਸਾਰਿਆਂ ਨੂੰ ਅੰਮ੍ਰਿਤ ਵੇਲਾ ਜਾਗਣਾ, ਤੇ ਉਹ ਵੇਕਅਪ ਕਾਲਸ ਹੋਣਗੀਆਂ। ਤੇ ਇਹ ਛੋਟੀ ਛੋਟੀ ਚੀਜ਼ਾਂ ਜੋ ਅਸੀਂ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਸ ਕੈਂਪ 'ਤੇ ਜਦੋਂ ਜਾਵਣ ਤੇ ਇੱਕ ਗੁਰਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਵੇ, ਭਾਵੇਂ 2 ਦਿਨ ਦਾ ਹੀ ਬਤੀਤ ਕਰਨ, ਬਟ ਇੱਕ ਗੁਰਸਿੱਖ ਦਾ ਐਕਚੁਅਲ ਗੁਰੂ ਸਾਹਿਬ ਕਿਸ ਤਰ੍ਹਾਂ ਦਾ ਜੀਵਨ ਚਾਹੁੰਦੇ ਨੇ ਉਹ ਜੀਵਨ ਉਹ ਬਤੀਤ ਕਰਨ 2 ਦਿਨ ਐਟਲੀਸਟ। ਤਾਂ ਉਹ ਸਾਰੀ ਬਸ ਲਾਈਫ ਵਾਸਤੇ ਉਹਨਾਂ ਵਾਸਤੇ ਮੈਮਰੀ ਰਹੇਗੀ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨ ਦੀ ਮਾਰਗ ਦਰਸ਼ਨ ਕਰਦੇ ਨੇ। ਉਹ ਜੋ ਤੁਸੀਂ ਤੁਹਾਡਾ ਕੁਐਸਚਨ ਤੇ ਮੈਂ ਵਾਪਸ ਆਵਾਂ ਕਿ ਤੁਸੀਂ ਕਿਹਾ ਸੀ ਕਿ ਸਾਡੇ ਫਰਦਰ ਪ੍ਰੋਜੈਕਟਸ ਕੀ ਨੇ। ਮਹਾਰਾਜ ਦੀ ਕਿਰਪਾ ਨਾਲ ਸਾਡਾ ਕੰਟੈਂਟ ਕ੍ਰੀਏਟ ਹੋ ਰਿਹਾ। ਸਾਡੀ ਕੰਟੈਂਟ ਟੀਮ ਲੱਗੀ ਹੈ ਇੱਕ ਕੰਟੈਂਟ ਕ੍ਰੀਏਟ ਕਰਨਾ, ਇੰਟਰੈਕਟਿਵ ਕੰਟੈਂਟ। ਜਿਹੜਾ ਪ੍ਰੋਜੈਕਟ ਸਾਡਾ ਸਟਾਰਟ ਹੋਣਾ 6 ਸਾਲ ਤੋਂ 13 ਸਾਲ ਦੇ ਬੱਚਿਆਂ ਵਾਸਤੇ, ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ, ਉਹ ਵੀ ਸਰਪ੍ਰਾਈਜ਼ ਐਲੀਮੈਂਟ ਰਹਿੰਦਾ ਹਰ ਚੀਜ਼ ਦਾ। ਤੇ ਉਹ ਕੰਟੈਂਟ ਕ੍ਰੀਏਟ ਹੋ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਅਗਰ ਮਾਡਰਨ ਵੇ ਵਿੱਚ ਤੁਸੀਂ ਅਗਰ ਦੇਖ ਲਓਗੇ ਸਾਡੇ ਆਨਲਾਈਨ ਐਡੂਟੈਕ ਚੱਲ ਰਿਹਾ ਸਾਡਾ, ਇੱਕ ਜਿਸ ਤਰ੍ਹਾਂ ਤੁਹਾਡਾ ਬਾਈਜੂਸ ਚੱਲ ਰਿਹਾ, ਤੁਹਾਡਾ ਜਿਸ ਤਰ੍ਹਾਂ ਅਨਅਕੈਡਮੀ ਚੱਲ ਰਿਹਾ, ਉਸ ਤਰ੍ਹਾਂ ਦਾ ਇੱਕ ਸਿੱਖੀ ਵਾਲਾ ਇੱਕ ਪਲੇਟਫਾਰਮ ਬਣਨ ਨੂੰ ਬੜਾ ਅਸੀਂ ਚਾਹ ਰਹੇ ਹਾਂ ਕਿ ਵੈਸਾ ਦਾ ਪਲੇਟਫਾਰਮ ਸਾਡਾ ਤਿਆਰ ਹੋ ਜਾਏ, ਜਿੱਥੇ ਬੱਚੇ ਜੋ ਹਨ ਉਹ ਈਜ਼ੀਲੀ ਉਸ ਗੁਰਮਤ ਵਾਲੇ ਪਾਸੇ ਆਣ। ਤੇ ਪਲੱਸ ਉਹਦਾ ਪਲੱਸ ਪੁਆਇੰਟ ਕੀ ਹੋਏਗਾ ਕਿ ਅਸੀਂ ਇੰਪਲੋਇਮੈਂਟ ਜਨਰੇਸ਼ਨ ਵੀ ਸੋਚ ਰਹੇ ਹੈਗੇ, ਜੋ 20 ਰੁਪਏ ਕਲਾਸਿਸ ਦੇਣਗੇ ਅਤੇ ਅਸੀਂ ਉਹਨਾਂ ਨੂੰ ਪੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਤਾਂ ਕਿ ਸਿਰਫ 2 ਪੱਖੋਂ ਅਸੀਂ ਉਹਨਾਂ ਦਾ ਇੱਕ ਇਕਨੋਮਿਕ ਡਿਵੈਲਪਮੈਂਟ ਵੀ ਕਰ ਸਕੀਏ ਤੇ ਜੋ ਸਾਡੇ ਪ੍ਰਚਾਰ ਵਾਲਾ ਸਿਸਟਮ ਹੈਗਾ ਉਹ ਉਸ ਪ੍ਰਚਾਰ ਨੂੰ ਅੱਗੇ ਵਧਾ ਸਕੀਏ। ਤੇ ਇਹ ਜੋ ਸਾਰਾ ਸਿਸਟਮ ਹੈਗਾ, ਜੋ ਸਾਡੀ ਕੰਟੈਂਟ ਟੀਮ ਹੈਗੀ ਕੰਟੈਂਟ ਕ੍ਰੀਏਸ਼ਨ ਕਰੀ ਨੇ, ਉਹ ਕੰਟੈਂਟ ਕ੍ਰੀਏਸ਼ਨ ਹੁਣ ਤੁਸੀਂ ਦੇਖੋਗੇ ਕੰਟੈਂਟ ਕ੍ਰੀਏਸ਼ਨ ਵਾਸਤੇ ਸੌਫਟਵੇਅਰ ਚਾਹੀਦੇ ਨੇ, ਤੇ ਉਹ ਸੌਫਟਵੇਅਰ ਦੀ ਟ੍ਰੇਨਿੰਗ ਉਹ ਸਾਡੀ ਕੰਟੈਂਟ ਟੀਮ ਕਰ ਰਹੀ ਹੈ। ਤੇ ਉਹ ਉਹਨਾਂ ਸੌਫਟਵੇਅਰ ਨੂੰ ਯੂਜ਼ ਕਰਨ ਦਾ ਹੁਣ ਜਦੋਂ ਉਹਨੀ ਮਹਾਰਾਜ ਦੀ ਕਿਰਪਾ ਨਾਲ ਕਿਤੇ ਅੱਗੇ ਵਧਣਗੇ ਆਪਣੇ ਫੀਲਡ ਵਿੱਚ, ਉਹ ਆਲਰੇਡੀ ਤਿਆਰ ਹੋਣਗੇ ਕਿ ਉਹਨਾਂ ਨੂੰ ਸੌਫਟਵੇਅਰ ਕਿਸ ਤਰ੍ਹਾਂ ਯੂਜ਼ ਕਰਨਾ ਹੈਗਾ। ਅਗਰ ਕੱਲ ਕੋ ਕਿਸੇ ਕੰਪਨੀ ਵੀ ਕੰਮ ਕਰਦੇ ਨੇ, ਉੱਥੇ ਵੀ ਉਹਨਾਂ ਨੂੰ ਉਹ ਵਾਲੇ ਸਕਿੱਲਸ ਯੂਜ਼ ਹੋ ਜਾਣਗੇ। ਤੇ ਅਸੀਂ ਪੂਰਾ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਸੀ ਕਿ ਇਕਨੋਮਿਕ ਡਿਵੈਲਪਮੈਂਟ ਵਾਲਾ ਪਾਸਾ ਅਸੀਂ ਬੜਾ ਸੋਚ ਰਹੇ ਹਾਂ ਤਾਂ ਕਿ ਪੰਥ ਨੂੰ ਅਸੀਂ ਕਿਤੇ ਵੀ ਸਿੱਖੀ ਇਜ਼ ਉਹ ਪਹਿਲਾ ਚੀਜ਼ ਹੈ ਜੋ ਸਿੱਖੀ ਅਸੀਂ ਪੰਥ ਨੂੰ ਦੇਣਾ ਚਾਹੁੰਦੇ ਹਾਂ। ਤੇ ਗੁਰੂ ਸਾਹਿਬ ਜਿਸ ਤਰ੍ਹਾਂ ਇੱਕ ਸਪਿਰਿਚੁਅਲ ਡਿਵੈਲਪਮੈਂਟ ਆਪਣੀ ਕਰਨਾ ਚਾਹੁੰਦੇ ਆ, ਉਹ ਸਾਡੇ ਪ੍ਰੋਜੈਕਟਸ ਨੇ ਜੋ ਤੁਸੀਂ ਅੱਗੇ ਵੀ ਦੇਖਦੇ ਜਾਓਗੇ। ਅਸੀਂ ਪ੍ਰੋਜੈਕਟਸ ਮਹਾਰਾਜ ਦੀ ਕਿਰਪਾ ਨਾਲ ਅੱਗੇ ਅਸੀਂ ਲਾਂਚ ਕਰਦੇ ਜਾਵਾਂਗੇ। ਜੀ ਵੀਰ ਜੀ। ਔਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਇਹ ਸਾਰਾ ਆਰਗੇਨਾਈਜ਼ ਕੀਤਾ, ਤੇ ਪ੍ਰਸ਼ਾਸਨ ਦਾ ਕਿਹਦਾ ਰੋਲ ਰਿਹਾ? ਮਤਲਬ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਕੀ ਰਿਸਪੌਂਸ? ਸਭ ਤੋਂ ਪਹਿਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ ਦਾ ਬੜਾ ਹੀ ਸ਼ੁਕਰਾਨਾ ਕਰਦਾ ਹਾਂ ਕਿ ਉਹਨੀ ਸਾਨੂੰ ਪੂਰਾ ਹੀ ਉਹਨਾਂ ਦਾ ਸਹਿਯੋਗ ਸਾਡੇ ਨਾਲ ਹੈਗਾ। ਉਹਨੀ ਚਾਹੁੰਦੇ ਨੇ ਕਿ ਐਸੇ ਦੇ ਕੈਂਪਸ ਹੋਣ, ਸਿੱਖੀ ਦਾ ਪ੍ਰਚਾਰ ਹੋਵੇ। ਤੇ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਸਿੰਸ ਬੀਇੰਗ ਇਨ ਸਰਵਿਸ, ਪ੍ਰਸ਼ਾਸਨ ਵੱਲੋਂ ਹਮੇਸ਼ਾ, ਪਿਛਲੀ ਵਾਰ ਵੀ ਕੋਵਿਡ ਦੇ ਟਾਈਮ ਤੇ ਗਵਰਨਮੈਂਟ ਨੇ ਵੀ ਬਹੁਤ ਸਪੋਰਟ ਕੀਤਾ ਸੀ। ਅੱਜ ਵੀ ਗਵਰਨਮੈਂਟ ਨੇ ਸਾਨੂੰ ਅਕਮੋਡੇਸ਼ਨ ਪ੍ਰੋਵਾਈਡ ਕੀਤੀ ਆ। ਤੇ ਅਸੀਂ ਅਸੀਂ ਆਰਗੇਨਾਈਜੇਸ਼ਨ ਉਸਨੂੰ ਪੇ ਕਰ ਰਹੀ ਹੈ, ਬਟ ਤਾਂ ਵੀ ਸਟਿਲ ਅਸੀਂ ਚਾਹੁੰਦੇ ਹਾਂ ਕਿ ਉਹ ਫੀਲ ਆਏ ਜਦੋਂ ਸਾਡੇ ਕੈਂਪਰਸ ਆਉਣ ਤੇ ਉਹਨਾਂ ਨੂੰ ਲੱਗੇ ਕਿ ਜਦੋਂ ਹਟਸ ਵੀ ਰਹਿਣਾ ਸ਼ੁਰੂ ਕਰਨਗੇ, ਨਹੀਂ ਤੇ ਉਹਨਾਂ ਨੂੰ ਫੀਲ ਆਏ ਕਿ ਅਸੀਂ ਕਿਤੇ ਇੱਕ ਰਿਜ਼ੋਰਟ ਤੇ ਆਏ ਹਾਂ। ਤੇ ਉਹ ਵਾਲੀ ਫੀਲਿੰਗ ਵਾਲਾ ਵੀ ਅਸੀਂ ਪੂਰਾ ਧਿਆਨ ਰੱਖਿਆ ਕਿ ਉਹ ਜੋ ਸਰਪ੍ਰਾਈਜ਼ ਹੈਗੇ ਨੇ ਸਾਡੇ, ਤੇ ਉਹ ਸਰਪ੍ਰਾਈਜ਼ਸ ਅਸੀਂ ਰਿਵੀਲ ਨਹੀਂ ਕਰਨਾ ਚਾਹੁੰਦੇ, ਬਟ ਥੋੜਾ ਇੰਡੀਕੇਸ਼ਨ ਹਿੰਟ ਦੇ ਸਕਦੇ ਹਾਂ ਅਸੀਂ ਐਟਲੀਸਟ ਤੁਹਾਡੇ ਮਾਧਿਅਮ ਰਾਹੀਂ। ਜਿਸ ਤਰੀਕੇ ਦੇ ਨਾਲ ਤੁਸੀਂ ਵਾਰ-ਵਾਰ ਸਰਪ੍ਰਾਈਜ਼ਸ ਕਹਿ ਰਹੇ ਹੋ, ਤਾਂ ਏਦਾਂ ਲੱਗ ਰਿਹਾ ਕਿ ਮੇਰੇ ਨਾਲ ਹੋਰ ਵੀ ਜਿੰਨੀ ਸਾਰੀ ਸਾਡੀ ਆਡੀਅנס ਦੇਖ ਰਹੀ ਹੈ, ਸਾਰਿਆਂ ਨੂੰ ਇਹ ਹੋਏਗਾ ਕਿ ਸ਼ਾਇਦ ਜਲਦ ਤੋਂ ਜਲਦ ਵੀ ਅਸੀਂ ਵੀ ਜੁਆਇਨ ਕਰੀਏ ਤੁਹਾਡੇ ਇਸ ਕੈਂਪ ਨੂੰ, ਕਿਉਂਕਿ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਦੇਖੋ ਜਦੋਂ ਯੂਥ ਕਿਸੇ ਚੀਜ਼ ਨੂੰ ਲੈ ਕੇ ਆਉਂਦਾ ਨਾ ਅੱਗੇ, ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਉਹ ਸਾਡੇ ਲੈਵਲ ਦਾ ਸੋਚ ਕੇ ਲੈ ਕੇ ਆਏ ਨੇ, ਕਿਉਂਕਿ ਯੂਥ ਦੇ ਨਾਲ ਇੱਕ ਸੋਚ ਰਲਦੀ ਹੁੰਦੀ ਹੈ। ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਯੂਥ ਨੂੰ ਮੋਟੀਵੇਟ ਕਰ ਸਕਦੇ ਹਾਂ, ਅਟਰੈਕਟ ਕਰ ਸਕਦੇ ਹਾਂ। ਦੇਖੋ ਸਾਡਾ ਏਮ ਤਾਂ ਇੱਕ ਹੀ ਹੈ, ਸਿੱਖੀ ਦਾ ਪ੍ਰਚਾਰ ਕਰਨਾ, ਲੇਕਿਨ ਉਸਨੂੰ ਖੁਸ਼ੀ ਦੀ ਗੱਲ ਇੱਥੇ ਲਾਸਟ ਦੇ ਵਿੱਚ ਤੇ ਮੈਂ ਇਹੀ ਕਹਾਂਗੀ ਕਿ ਬਹੁਤ ਖੁਸ਼ੀ ਹੈ ਕਿ ਯੂਥ ਸੋਚ ਰਿਹਾ ਹੈ ਕਿ ਸਿੱਖੀ ਦਾ ਪ੍ਰਚਾਰ ਕਿਵੇਂ ਕਰੀਏ। ਯੂਥ ਦੇ ਵਿੱਚ ਵਿਚਰ ਰਿਹਾ, ਯੂਥ ਨੂੰ ਪਤਾ ਇਸ ਟਾਈਮ ਨੌਜਵਾਨ ਕੀ ਸੋਚ ਰਿਹਾ, ਤਾਂ ਨੌਜਵਾਨ ਨੂੰ ਪੜ੍ਹ ਕੇ ਨੌਜਵਾਨ ਦੇ ਤਰੀਕੇ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ। ਇੱਥੇ ਮੈਂ ਦੱਸ ਦੇਵਾਂ, ਸਾਡੇ ਨਾਲ ਬਹੁਤ ਸਾਰੇ ਸਾਡੇ ਬਾਣੀ ਚੈਨਲ ਦਾ ਪਰਿਵਾਰ ਜੁੜਿਆ ਹੋਇਆ, ਸਾਰੇ ਬਹੁਤ ਐਪਰੀਸ਼ੀਏਟ ਕਰ ਰਹੇ ਨੇ। ਚਰਨਜੀਤ ਸਿੰਘ ਬ੍ਰਹਮਾ ਜੀ, ਕਾਬਲ ਸਿੰਘ ਜੀ ਸਾਡੇ ਬੰਬੇ ਤੋਂ,
ਔਰ ਤੁਹਾਨੂੰ ਫਤਿਹ ਵੀ ਬੁਲਾ ਰਹੇ ਨੇ, ਔਰ ਅਨਿਲ ਸੰਗਰਾਲ ਜੀ, ਜਤਿੰਦਰ ਸਿੰਘ ਜੀ, ਹਰਵਿੰਦਰ ਕੌਰ ਜੀ, ਸੁਖਬੀਰ ਕੌਰ ਜੀ, ਦੌਲਤ ਸਿੰਘ ਜੀ ਬਹੁਤ ਐਪਰੀਸ਼ੀਏਟ ਕਰ ਰਹੇ ਨੇ। ਸਾਰਿਆਂ ਨੇ, ਮੈਂ ਹਾਲੇ ਬਹੁਤ ਸਾਰੇ ਨਾਮ ਨਹੀਂ ਲਏ ਨੇ, ਤੇ ਬਹੁਤ ਸਾਰੇ, ਭੁਪਿੰਦਰ ਸਿੰਘ ਜੀ ਵੀ ਤੁਹਾਨੂੰ ਕਹਿ ਰਹੇ ਨੇ ਕਿ ਗ੍ਰੇਟ ਵਰਕ ਸਿੱਖ ਯੂਥ, ਸਾਰੇ ਹੀ ਸਿੱਖ ਯੂਥ ਦਾ ਬਹੁਤ ਸਾਰਾ ਧੰਨਵਾਦ ਵੀ ਕਰ ਰਹੇ ਨੇ, ਔਰ ਤੁਹਾਨੂੰ ਸਾਰੇ ਐਪਰੀਸ਼ੀਏਟ ਜੀ ਜੀ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਅਸੀਂ ਪਰਸੋਂ ਲਾਂਚ ਕੀਤੀ ਸਨ ਰਜਿਸਟ੍ਰੇਸ਼ਨਸ, ਤੇ ਕੱਲ ਅੱਜ ਦੁਪਹਿਰ ਤੱਕ ਸਾਡੀ ਰਜਿਸਟ੍ਰੇਸ਼ਨ ਫੁੱਲ ਹੋ ਗਈ ਨੇ, ਤੇ ਐਟਲੀਸਟ ਸਾਨੂੰ ਘੱਟ ਤੋਂ ਘੱਟ 150 ਇਨਕੁਆਇਰੀ ਕਾਲਸ ਆਈ ਨੇ। ਤੇ ਉਹ ਤੁਸੀਂ ਅਗਰ ਜਦੋਂ ਅਸੀਂ ਗੱਲ ਕਰ ਰਹੇ ਸੀ ਫੋਨ ਤੇ, ਜਦੋਂ ਮੈਨੂੰ ਕਾਲ ਆ ਰਹੇ ਸੀ ਜਾਂ ਵੀਰਾਂ ਨੂੰ ਵਾਲੰਟੀਅਰਸ ਨੂੰ ਕਾਲ ਆ ਰਹੇ ਸਨ, ਤੇ ਬੱਚੇ ਪੇਰੈਂਟਸ ਨੂੰ ਕਹਿ ਰਹੇ ਸਨ ਕਿ ਹਮਨੇ ਵੀ ਕੈਂਪ पे ਜਾਣਾ ਹੈ। ਇਮੇਜਿਨ ਕਰੋ ਕਿ ਮਤਲਬ ਤੁਸੀਂ ਯੂਜੂਅਲੀ ਕੀ ਹੁੰਦਾ ਕਿ ਅਸੀਂ ਬੱਚਿਆਂ ਨੂੰ ਕਹਿੰਦੇ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਓ, ਅਸੀਂ ਬੱਚਿਆਂ ਨੂੰ ਕਹਿੰਦੇ ਕਿ ਤੁਸੀਂ ਦਿੱਤਾ, ਬਟ ਇਸ ਵਿੱਚ ਕੀ ਹੋਇਆ ਕਿ ਬੱਚੇ ਕਹਿ ਰਹੇ ਨੇ ਕਿ ਹमें ਉਸ ਜਗ੍ਹਾ पे ਜਾਣਾ ਹੈ। ਤੇ ਪੁਆਇੰਟ ਇਹ ਹੈਗਾ ਕਿ ਤੁਸੀਂ ਪਹਿਲੇ ਇਨੋਵੇਟ ਕਰੀਏ। ਦੇਖੋ ਪ੍ਰਚਾਰ ਤੇ ਉਹੀ ਰਹੇਗਾ, ਸਿੱਖੀ ਤੇ ਮਾਡਰਨ ਹੈ ਹਮੇਸ਼ਾ, ਬਟ ਸਿੱਖੀ ਨੂੰ ਆਡੀਅנס ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾਏ। ਅਸੀਂ ਬੱਚਿਆਂ ਨੂੰ, ਅਗਰ ਸਾਡੇ ਬੱਚੇ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਲਿਜਾਣ ਦੇ ਤਰੀਕੇ ਕੀ ਨੇ। ਅਸੀਂ ਜੋ ਸਾਡੀ ਹੈਗੀ ਆ, ਜੋ ਸਾਡੇ ਸਿੱਖ ਪੰਥ ਦੀ ਮਰਿਆਦਾ ਹੈਗੀ ਆ, ਜੋ ਸਾਡੇ ਮੂਲ ਸਿਧਾਂਤ ਨੇ ਸਿੱਖੀ ਦੇ, ਉਹ ਕਦੇ ਚੇਂਜ ਨਹੀਂ ਹੋਣਗੇ, ਉਹ ਉੱਥੇ ਹੀ ਰਹਿਣਗੇ। ਜਦੋਂ ਅਸੀਂ ਉਸ ਨੂੰ ਇਨੋਵੇਟ ਕਰੀਏ ਉਸ ਚੀਜ਼ ਨੂੰ, ਤੇ ਉਸ ਬੱਚੇ ਆਟੋਮੈਟਿਕਲੀ ਆਣਗੇ। ਹੁਣ ਜੋ ਕਿ ਪੁਰਾਣੇ ਤਰੀਕੇ ਨਹੀਂ ਚੱਲ ਰਹੇ, ਉਹਨਾਂ ਨੂੰ ਕੋਸ਼ਿਸ਼ ਹੈ ਕਿ ਉਹਨਾਂ ਨੂੰ ਥੋੜਾ ਰੀਥਿੰਕ ਕਰਕੇ ਉਹਨਾਂ ਤਰੀਕਿਆਂ ਨੂੰ ਚੇਂਜ ਕਰਕੇ ਨਵੇਂ ਤਰੀਕੇ, ਬਸ ਇਹ ਮੈਂ ਕਹਿਣਾ ਚਾਹੁੰਦਾ ਸੀ ਕਿ ਐਕਸਾਈਟਮੈਂਟ ਬਹੁਤ ਹੈਗੀ ਸਾਡੇ ਵਿੱਚ ਵੀ, ਨਹੀਂ ਸਾਡੇ ਵੋਲੰਟੀਅਰਸ ਵਿੱਚ ਵੀ ਨਹੀਂ ਐਕਸਾਈਟਮੈਂਟ ਹੈਗੀ ਆ। ਤੁਸੀਂ ਬਿਲੀਵ ਨਹੀਂ ਕਰੋਗੇ, ਸਾਡੇ ਚੰਡੀਗੜ੍ਹ ਤੋਂ ਰਜਿਸਟ੍ਰੇਸ਼ਨਾਂ ਹੋਈ ਨੇ, ਸਾਡੇ ਦਿੱਲੀ ਤੋਂ ਰਜਿਸਟ੍ਰੇਸ਼ਨ ਹੋਈ ਨੇ, ਸਾਡੇ ਪੰਜਾਬ ਤੋਂ ਰਜਿਸਟ੍ਰੇਸ਼ਨ ਹੋਈ ਨੇ, ਤੇ ਉਹਨਾਂ ਦਾ ਸਿਰਫ ਇਹ ਪੁਆਇੰਟ ਸੀ ਕਿ ਅਸੀਂ ਕੈਂਪ ਤੇ ਆਣਾ ਹੈਗਾ ਤੇ ਅਸੀਂ ਲਾਹਾ ਲੈਣਾ ਹੈਗਾ ਸੰਗਤ ਦਾ। ਤੇ ਮਹਾਰਾਜ ਦੀ ਅਪਾਰ ਕਿਰਪਾ ਹੈ ਕਿ ਵੀਰ ਜੀ ਇੰਨੀ ਦੂਰੋਂ ਰਜਿਸਟ੍ਰੇਸ਼ਨਸ ਹੋਈਆਂ ਨੇ। ਸ਼ਾਇਦ ਅਸੀਂ ਜੰਮੂ ਕਸ਼ਮੀਰ ਦੇ ਸ਼ਾਇਦ ਅਸੀਂ ਥੋੜਾ ਲੇਟ ਹੋ ਗਏ ਹਾਂ, ਕਿ ਜਿਸ ਤਰ੍ਹਾਂ ਦੇ ਨਾਲ ਮੈਨੂੰ ਲੱਗਿਆ ਕਿ ਅੱਜ ਮੈਂ ਸਵੇਰੇ ਜਦੋਂ ਅਪਡੇਟ ਦਿੱਤਾ ਸੀ ਤੇ ਮੈਨੂੰ ਅਚਾਨਕ ਹੀ ਕਮਲ ਵੀਰ ਜੀ ਨੇ ਜਿਹੜੇ, ਉਹ ਮੈਂ ਇਹੋ ਦੇਣ ਲੱਗੀ ਸੀ ਕਿ ਜਿਹੜਾ ਮਤਲਬ ਸੀਟਸ ਨੇ ਉਹ 70 ਤੱਕ ਨੇ, ਲੇਕਿਨ ਅਚਾਨਕ ਹੀ ਮੈਨੂੰ ਕਾਲ ਆਉਂਦੀ ਹੈ ਕਿ ਇਹ ਵੀ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੀਆਂ ਸੀਟਸ ਆਲਰੇਡੀ ਰਿਜ਼ਰਵ ਹੋ ਚੁੱਕੀਆਂ ਨੇ। ਤਾਂ ਬਹੁਤ ਵਧੀਆ ਲੱਗਿਆ ਮੈਨੂੰ ਇਹ ਸੁਣ ਕੇ ਕਿ ਦੇਖੋ ਤਰੀਕਾ ਤੇ ਸਿਰਫ ਇਹੀ ਹੈ ਕਿ ਪ੍ਰਚਾਰ ਪ੍ਰਸਾਰ ਕਰਨਾ। ਕਿਤੇ ਆਪਾਂ ਬੱਚਿਆਂ ਨੂੰ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਤੇ ਆਪਾਂ ਬੱਚਿਆਂ ਨੂੰ ਕਹਿੰਦੇ ਸੀਗੇ ਕਿ ਚਲੋ ਚਲੋ ਚਲੋ, ਇੱਥੇ ਤੁਸੀਂ ਆਪਣੀ ਉਸ ਸੇਵਾ ਦੇ ਵਿੱਚ ਸਫਲ ਹੋ ਗਏ ਜਦੋਂ ਤੁਹਾਨੂੰ ਕਾਲਸ ਆ ਰਹੀਆਂ ਨੇ ਕਿ ਅਸੀਂ ਆਣਾ ਹੈ। ਮਤਲਬ ਇਹੋ ਤੇ ਸਾਡਾ ਇੱਕ ਮੇਨ ਮਕਸਦ ਹੈ ਕਿ ਬੱਚੇ ਕਹਿਣ ਅਸੀਂ ਆਣਾ ਹੈ, ਅਸੀਂ ਉੱਥੇ ਆਉਣਾ ਹੈ। ਇਹੀ ਇੱਕ ਮੇਨ ਮਕਸਦ ਹੈ। ਮੈਨੂੰ ਲੱਗਦਾ ਹੈ ਕਿ ਜੋ ਤੁਸੀਂ ਸੋਚ ਕੇ ਕੈਂਪ ਆਰਗੇਨਾਈਜ਼ ਕੀਤਾ ਹੈ, ਤੁਹਾਡਾ ਤੁਸੀਂ ਸਕਸੈਸ ਇੱਥੇ ਹੀ ਹੋ ਜਾਂਦੇ ਹੋ ਕਿ ਜਦੋਂ ਬੱਚੇ ਖੁਦ ਇਸ ਕਨਸੈਪਟ ਨੂੰ ਦੇਖ ਕੇ ਕਹਿਣ ਕਿ ਅਸੀਂ ਇਹਨਾਂ ਨੂੰ ਜੁਆਇਨ ਕਰਨਾ ਹੈ, ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਤੇ ਹੁਣ ਮੈਂ ਚਾਹਾਂਗੀ ਕਿ ਅਗਰ ਕੋਈ ਵੀ ਆਪਣਾ ਮੈਸੇਜ ਜਾਂ ਕੁਝ ਤੁਸੀਂ ਅਖੀਰ ਦੇ ਵਿੱਚ ਕਹਿਣਾ ਚਾਹੁੰਦੇ ਹੋ, ਜਾਂ ਮੈਂ ਭੁੱਲ ਗਈ ਹੋਵਾਂ ਤਾਂ ਤੁਸੀਂ ਦੱਸ ਸਕਦੇ ਹੋ ਪਲੀਜ਼। ਮੈਂ ਸਾਰੇ ਵੀਰ ਭੈਣਾਂ ਨੂੰ ਜੋ JNK ਵਿੱਚ ਹੈਗੇ ਨੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਜਦੋਂ ਤੁਸੀਂ ਆਪਣੀ ਬਾਣੀ ਨਾਲ ਜੁੜੋ, ਆਪਣਾ ਨਿਤਨੇਮ ਨਹੀਂ ਛੱਡੋ। ਮੈਂ ਪਿਛਲੀ ਵਾਰੀ ਵੀ ਸਾਰੇ ਸੰਗਤ ਨੂੰ ਰਿਕੁਐਸਟ ਕੀਤਾ ਸੀ ਕਿ ਨਿਤਨੇਮ ਕਰਨਾ ਸ਼ੁਰੂ ਕਰੋ, ਬਾਣੀ ਨਾਲ ਜੁੜਨਾ ਸ਼ੁਰੂ ਕਰੋ, ਤੇ ਆਪਣੇ ਪੰਥ ਨਾਲ ਪਿਆਰ ਕਰਨਾ ਸ਼ੁਰੂ ਕਰੋ। ਜਦੋਂ ਕਦੇ ਵੀ ਤੁਸੀਂ ਆਪਣੇ ਅਗਰ ਅਸੀਂ ਦੇਖਦੇ ਨਾ, ਸਾਡੇ ਘਰ ਵਿੱਚ ਗੰਦਗੀ ਹੁੰਦੀ ਹੈ ਤੇ ਅਸੀਂ ਪੜੋਸੀ ਨੂੰ ਨਹੀਂ ਬੁਲਾਉਂਦੇ ਸਫਾਈ ਕਰਨ ਵਾਸਤੇ, ਅਸੀਂ ਆਪਣਾ ਝਾੜੂ ਚੁੱਕਦੇ ਹਾਂ ਤੇ ਉਹਦੀ ਸਫਾਈ ਕਰਦੇ ਹਾਂ। ਤੇ ਇਸ ਟਾਈਮ ਤੇ ਮੌਕਾ ਇਹ ਹੈਗਾ ਕਿ ਅਸੀਂ ਆਪਣੇ ਪੰਥ ਦਾ, ਆਪਣੇ ਧਰਮ ਦਾ ਖਿਆਲ ਆਪ ਰੱਖਣਾ ਹੈਗਾ, ਉਹ ਕੋਈ ਬਾਹਰੋਂ ਆ ਕੇ ਨਹੀਂ ਕਰੇਗਾ। ਬਾਕੀ ਪ੍ਰੋਜੈਕਟਸ ਤੇ ਹੁੰਦੇ ਰਹਿਣਗੇ ਨੇ, ਸੰਗਤ ਵੀ ਕਰਦੀ ਰਹੇਗੀ, ਸਾਰੀ ਆਰਗੇਨਾਈਜੇਸ਼ਨਸ ਮਿਲ ਕੇ ਅਗਰ ਤੁਸੀਂ ਪ੍ਰੋਗਰਾਮਸ ਕਰੋ, ਆਪਸ ਵਿੱਚ ਪਿਆਰ ਕੋਆਪਰੇਸ਼ਨ ਰੱਖੋ, ਤੇ ਉਹ ਜ਼ਿਆਦਾ ਫਰੂਟਫੁਲ ਹੋਏਗਾ। ਤੇ ਇਨੋਵੇਟ ਕਰੋ, ਉਹ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਤੁਸੀਂ ਇਨੋਵੇਟ ਕਰੋ ਤੇ ਬੱਚਿਆਂ ਨੂੰ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰੋ। ਤੇ ਲਾਸਟ ਵਿੱਚ ਮੇਰਾ ਇਹ ਮੈਸੇਜ ਹੈਗਾ ਕਿ ਕੋਰ ਸਿਸਟਰਹੁੱਡ ਇੱਕ ਬਹੁਤ ਹੀ ਇਨੋਵੇਟਿਵ ਕਨਸੈਪਟ ਹੈਗਾ, ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ। ਜਿੰਨਾ ਵੀ ਤੁਸੀਂ ਮੈਸੇਜ ਸੈਪਰੇਟ ਕਰ ਸਕਦੇ ਹੋ ਕਿ ਤੁਸੀਂ ਕੋਰ ਸਿਸਟਰਹੁੱਡ ਦਾ ਮੈਸੇਜ ਅੱਗੇ ਪਹੁੰਚਾਉਣਾ ਚਾਹੁੰਦੇ ਹੋ, ਤੇ ਉਹ ਤੁਸੀਂ ਪਹੁੰਚਾਓ। ਤੇ ਸਾਡਾ ਇੰਸਟਾਗ੍ਰਾਮ ਪੇਜ ਹੈਗਾ ਖੋਜ ਫਾਊਂਡੇਸ਼ਨ ਦਾ, ਕੋਰ ਸਿਸਟਰਹੁੱਡ ਦਾ, ਉਹ ਤੁਸੀਂ ਲਾਈਕ ਕਰੋ ਤੇ ਉਸ ਤੇ ਤੁਹਾਨੂੰ ਅਪਡੇਟ ਮਿਲਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਸਭ ਦਾ ਹੀ, ਤੁਸੀਂ ਸਾਡੇ ਨਾਲ ਲਾਈਵ ਗੱਲਬਾਤ ਕਰਨ ਦੇ ਲਈ ਆਏ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ। ਬਹੁਤ ਹੀ ਇੰਟਰਸਟਿੰਗ ਸਾਡਾ ਜਿਹੜਾ ਇਹ ਸੈਸ਼ਨ ਹੈ, ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਹੋਪ ਅਸੀਂ ਕਿ ਪਹਿਲਗਾਮ ਤੋਂ ਵੀ ਤੁਹਾਡੇ ਨਾਲ ਟੱਚ ਦੇ ਵਿੱਚ ਰਹੀਏ ਔਰ ਆਪਣੇ ਦਰਸ਼ਕਾਂ ਨੂੰ ਜਿਹੜੇ ਉੱਥੇ ਨਹੀਂ ਪਹੁੰਚ ਪਾਏ ਅਸੀਂ ਲਾਈਵ ਤੁਹਾਡਾ ਸੈਸ਼ਨ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਪ ਵੀ ਘਰ ਵਿੱਚ ਬੈਠ ਕੇ ਜ਼ਰੂਰ ਦੇਖਾਂਗੇ, ਸਾਰੇ ਦੇਖਣਗੇ ਇਕਬਾਣੀ ਚੈਨਲ ਦੇ ਰਾਹੀਂ। ਫਿਰ ਤੋਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।